ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 199 ਦੇ ਉੱਪਰ ਅੰਕਿਤ ਗੌੜੀ ਰਾਗ ਦਾ 165ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਪੰਚਮ ਪਾਤਸ਼ਾਹ ਦਾ 96ਵਾਂ ਸ਼ਬਦ ਹੈ। ਆਓ ਕਰੀਏ ਦੀਦਾਰ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਸਿਖਾ ਰਹੇ ਨੇ, ਦੁਨੀਆ ਦੇ ਜਿਤਨੇ ਵੀ ਧਰਮ ਸਨ ਉਹ ਆਪਣੇ ਆਪਣੇ ਮੁਤਾਬਕ ਕਰਮ ਦੱਸਦੇ ਸੀ ਵੀ ਤੂੰ ਇਸ ਤਰ੍ਹਾਂ ਕਰਮ ਕਰ ਲੈ, ਇਹ ਧਰਮ ਦਾ ਕਰਮ ਹੈ, ਇਹਦੇ ਨਾਲ ਤੇਰਾ ਜੀਵਨ ਸਫਲ ਹੋ ਜਾਏਗਾ। ਪਰ ਗੁਰੂ ਪਾਤਸ਼ਾਹ ਨੇ ਜਿਹੜੀ ਰਮਜ਼ ਸਾਡੇ ਸਾਹਮਣੇ ਰੱਖੀ ਹੈ ਕਿ ਮਨੁੱਖ ਦੀ ਜ਼ਿੰਦਗੀ ਉਹਦੇ ਸੁਭਾਅ ਤੇ ਉਹਦੀ ਸੋਚ ਵਿੱਚੋਂ ਨਿਕਲਦੀ ਹੈ। ਕਿਸੇ ਵੀ ਮਨੁੱਖ ਦੇ ਚਾਰ ਚਫੇਰੇ ਸਫਲਤਾ ਦੇ ਕੁਝ ਕਾਰਨ ਨੇ ਤੇ ਫੇਲੂਅਰ ਜਿਹੜਾ ਪਾਰਟ ਹੈ ਉਹ ਵੀ ਹੈ। ਇਸੇ ਤਰ੍ਹਾਂ ਘਰ ਦੇ ਵਿੱਚ, ਘਰ ਦੇ ਮਾਹੌਲ ਵਿੱਚ ਕੁਝ ਪੱਖ ਹੈ ਕਿ ਉਹ ਸਫਲ ਹੋ ਗਿਆ, ਕੁਝ ਪੱਖ ਹੈ ਕਿ ਉਹ ਫੇਲ ਹੋ ਗਿਆ। ਇਹਦੇ ਵਿੱਚ ਜਿੰਨੇ ਫੇਲੂਅਰ ਦੇ ਕਾਰਨ ਨੇ ਉਹ ਮਨੁੱਖ ਦੀ ਸੋਚ ਤੇ ਸੁਭਾਅ ਵਿੱਚ ਨੇ, ਜਿੰਨੇ ਸਕਸੈਸ ਹੋਣ ਦੇ, ਸਫਲ ਹੋਣ ਦੇ ਕਾਰਨ ਨੇ ਉਹ ਵੀ ਸੋਚ ਤੇ ਸੁਭਾਅ ਵਿੱਚ ਹੈ। ਗੁਰੂ ਪਾਤਸ਼ਾਹ ਦੀ ਬਾਣੀ, ਗੁਰੂ ਪਾਤਸ਼ਾਹ ਦੇ ਬਚਨ, ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਸੋਚ ਤੇ ਸੁਭਾਅ ਦੀ ਪੜਚੋਲ ਕਰਾਉਂਦੀਆਂ ਨੇ। ਸੋਚ ਤੇ ਸੁਭਾਅ ਦੀ ਪੜਚੋਲ ਕਰਕੇ ਇਸ ਨੂੰ ਸੰਵਾਰਨਾ, ਸ਼ਿੰਗਾਰਨਾ ਗੁਰੂ ਦੀਆਂ ਸਿੱਖਿਆਵਾਂ ਸਾਨੂੰ ਸਿਖਾਉਂਦੀਆਂ ਨੇ। ਤੇ ਇੱਕ ਟਾਰਗੇਟ ਰੱਖ ਦਿੱਤਾ ਹੈ ਕਿ ਸੁਭਾਅ ਨੂੰ ਮਨਮੁਖ ਨਹੀਂ ਬਣ ਦੇਣਾ, ਗੁਰਮੁਖ ਬਣਾਉਣਾ ਹੈ। ਮਤ ਨੂੰ ਮਨਮਤ ਨਹੀਂ ਬਣ ਦੇਣਾ, ਦੁਰਮਤ ਨਹੀਂ ਬਣ ਦੇਣਾ, ਇਹਨੂੰ ਗੁਰਮਤ ਬਣਾਉਣਾ ਹੈ। ਜਿਤਨੇ ਯਤਨ ਕਰਨੇ ਨੇ ਸਿੱਖਣ ਲਈ, ਸਮਝਣ ਲਈ, ਪ੍ਰੈਕਟੀਕਲ ਲਾਗੂ ਕਰਨ ਲਈ, ਜਿਉਣ ਲਈ, ਉਹਦੇ ਤੇ ਮਾਣ ਨਹੀਂ ਕਰਨਾ। ਵਾਹਿਗੁਰੂ ਜੀ ਨੂੰ ਸਮਰਪਿਤ ਹੋਣਾ ਹੈ, ਗੁਰੂ ਸਾਹਿਬ ਨੂੰ ਸਮਰਪਿਤ ਹੋਣਾ ਹੈ। ਜਿੰਨੀ ਪ੍ਰਾਪਤੀ ਹੋਏਗੀ ਉਹ ਵਾਹਿਗੁਰੂ ਜੀ ਦੀ ਬਖਸ਼ਿਸ਼ ਮੰਨਣਾ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਮੰਨਣਾ ਹੈ। ਜਿਤਨੇ ਫੇਲੂਅਰ ਦੇ ਕਾਰਨ ਨੇ ਉਹਨੂੰ ਆਪਣੇ ਆਪ ਤੇ ਐਕਸੈਪਟ ਕਰਨਾ ਹੈ। ਇਸ ਨੂੰ ਸੰਵਾਰਨ ਲਈ, ਸ਼ਿੰਗਾਰਨ ਲਈ ਪੜਚੋਲ ਜਾਰੀ ਰੱਖਣੀ ਹੈ। ਆਹ ਗੁਰਮਤ ਦਾ ਕਨਸੈਪਟ ਹੈ। ਜਦੋਂ ਅਸੀਂ ਇਸ ਕਨਸੈਪਟ ਨੂੰ ਸਾਹਮਣੇ ਰੱਖ ਕੇ ਗੁਰਬਾਣੀ ਵਿਚਾਰਾਂਗੇ ਤਾਂ ਸਿੱਖੀਜ਼ਮ ਦੇ ਵਿੱਚ ਕਰਮਕਾਂਡ ਨੂੰ ਕੋਈ ਜਗ੍ਹਾ ਨਹੀਂ ਹੈ। ਕਰਮਕਾਂਡ ਉਨਾ ਚਿਰ ਹੀ ਹੈ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਸੋਚ ਸੁਭਾਅ ਤੇ ਲਾਗੂ ਕਰਨ ਦਾ ਸਬਜੈਕਟ ਨਹੀਂ ਮੰਨਦੇ। ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਸੋਚ ਸੁਭਾਅ ਨੂੰ ਸੰਵਾਰਨ ਤੇ ਸ਼ਿੰਗਾਰਨ ਦੇ ਲਈ ਇਹ ਗੁਰੂ ਪਾਤਸ਼ਾਹ ਦਾ ਦਿੱਤਾ ਅਨਮੋਲ ਖਜ਼ਾਨਾ, ਇਹਦੀ ਵੈਲਿਊ ਨਹੀਂ ਸਮਝਦੇ,
ਉਹਨਾਂ ਚਿਰ ਕੇਵਲ ਧਰਮ ਦੇ ਕਰਮਾਂ ਨੂੰ ਅਸੀਂ ਪ੍ਰਾਪਤੀ ਮੰਨ ਲੈਂਦੇ ਹਾਂ। ਆਓ ਸਿੱਖਣ ਦਾ ਯਤਨ ਕਰੀਏ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਸੋ ਕਿਛ ਕਰ ਜਿਤ ਮੈਲ ਨਾ ਲੱਗੈ। ਕਿਹਨੂੰ ਕਿਹਾ? ਮਨ ਨੂੰ ਤੇ ਮਤ ਨੂੰ। ਮਨ ਅੱਖਾਂ ਰਾਹੀਂ ਜਦੋਂ ਦੇਖਦਾ ਹੈ ਨਾ, ਕਿਸ ਭਾਵਨਾ ਨਾਲ ਦੇਖਦਾ ਹੈ, ਕਿਸ ਰਸ ਨੂੰ ਸਾਹਮਣੇ ਰੱਖ ਕੇ ਦੇਖਦਾ ਹੈ, ਕਿਸ ਮਕਸਦ ਨਾਲ ਦੇਖਦਾ, ਉਹ ਮਨ ਦੇ ਕਰਮ ਨੇ। ਸੁਣਦਾ ਹੈ ਕਿਸ ਭਾਵਨਾ ਨਾਲ, ਇਹਦਾ ਮਕਸਦ ਕੀ ਹੈ, ਕਿਹੋ ਜਿਹਾ ਸੁਣਨਾ ਚਾਹੁੰਦਾ ਹੈ, ਇਹ ਮਨ ਤੇ ਮਤ ਦੇ ਕਰਮ ਨੇ। ਬੋਲਣ ਨਾਲ ਸੰਬੰਧਿਤ, ਸੋਚਣ ਨਾਲ ਸੰਬੰਧਿਤ, ਵਿਚਾਰਾਂ ਨਾਲ ਸੰਬੰਧਿਤ ਇਹ ਮਨ, ਇਹ ਮਤ। ਉਹ ਕਰਮ ਕਰ ਜਿਹੜੇ ਕਰਮ ਕਰਨ ਦੇ ਨਾਲ ਤੇਰੇ ਅੰਦਰ ਕੁਸੰਗੀ ਆਦਤਾਂ, ਵਿਕਾਰਾਂ ਦੀਆਂ ਆਦਤਾਂ, ਬੁਰੀਆਂ ਆਦਤਾਂ ਰੂਪੀ ਮੈਲ ਨਾ ਲੱਗੇ। ਆਖੋ ਵਾਹਿਗੁਰੂ। ਹਰ ਕੀਰਤਨ ਮੈਂ ਇਹ ਮਨ ਜਾਗੈ ਰਹਾਓ। ਇੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜਾ ਕੀਰਤਨ ਹੁੰਦਾ ਹੈ, ਉਹ ਸਿੱਖਣ ਵਾਸਤੇ ਹੁੰਦਾ ਹੈ। ਉਹ ਅਭਿਆਸ ਹੈ। ਗੁਰੂ ਸਾਹਿਬ ਕਹਿ ਕੀ ਰਹੇ ਨੇ? ਪ੍ਰੈਕਟਿਸ ਹੈ, ਇਹ ਜਾਣਨ ਵਾਸਤੇ, ਬੁੱਝਣ ਵਾਸਤੇ। ਪਰ ਹਰ ਵੇਲੇ ਜੋ ਕੀਰਤਨ ਜਾਂ ਹਰ ਜਸ ਕਰਨਾ ਹੈ ਜਾਂ ਗੁਣ ਗਾਉਣੇ ਨੇ, ਉਹ ਹੈ ਹਰ ਵੇਲੇ ਰੱਬੀ ਵਿਚਾਰਾਂ ਕਰ। ਅੰਦਰ ਵੀ ਵਿਚਾਰਾਂ ਉੱਠਦੀਆਂ ਨੇ, ਰੱਬੀ ਵਿਚਾਰਾਂ ਦੀ ਦ੍ਰਿਸ਼ਟੀਕੋਣ ਰਾਹੀਂ ਦੇਖ। ਜਿੰਨੇ ਅਸੀਂ ਗੁਰੂ ਦੀ ਬਾਣੀ ਦੀ ਅਰਥ ਸਮਝਾਂਗੇ, ਰਮਜ਼ਾਂ ਸਮਝਾਂਗੇ, ਕਹਾਵਤਾਂ ਸਮਝਾਂਗੇ, ਗੁਰੂ ਦਾ ਨਜ਼ਰੀਆ, ਗੁਰੂ ਦੀ ਵਿਚਾਰਧਾਰਾ ਸਮਝਾਂਗੇ, ਔਰ ਕੰਟੀਨਿਊ ਪ੍ਰੋਸੈਸ ਰਹੇਗਾ, ਨਿਰੰਤਰ ਜਾਰੀ ਰਹੇਗਾ, ਤਾਂ ਉਹ ਵਿਚਾਰਧਾਰਾ ਅੰਦਰ ਬਣੇਗੀ। ਉਹ ਜਦੋਂ ਵੀ ਮਨ ਅੰਦਰ ਰੱਬੀ ਵਿਚਾਰ ਚੱਲਦੇ ਨੇ, ਇਹ ਮਨ ਕੀਰਤਨ ਕਰ ਰਿਹਾ। ਫਿਰ ਜਦੋਂ ਕਿਸੇ ਨਾਲ ਸ਼ੇਅਰ ਕੀਤਾ ਜਾਂਦਾ, ਫਿਰ ਉਹ ਵਿਚਾਰ ਜ਼ੁਬਾਨ 'ਤੇ ਆ ਜਾਂਦੇ ਨੇ, ਰੱਬੀ ਡਿਸਕਸ਼ਨ ਹੁੰਦੀ ਹੈ। ਇਹ ਜੋ ਰੱਬੀ ਡਿਸਕਸ਼ਨ ਹੈ ਮਨਾ, ਇਹ ਹਰੀ ਦਾ ਕੀਰਤਨ ਹੈ। ਇਹਦੇ ਨਾਲ ਮਨ ਸੁਚੇਤ ਹੁੰਦਾ ਹੈ, ਮਨ ਦੀ ਪਰਚੋਲ ਹੁੰਦੀ ਹੈ, ਮਨ ਦੇ ਅੰਦਰ ਚੰਗੇ ਪਾਸੇ ਦਾ ਜਜ਼ਬਾ ਹੁੰਦਾ ਹੈ। ਇਸ ਲਈ ਇਹ ਕਰਮ ਕਰਿਆ ਕਰ। ਆਖੋ ਵਾਹਿਗੁਰੂ। ਇਹ ਰਹਾਉ ਹੈ, ਸੈਂਟਰਲ ਆਈਡੀਆ ਹੈ। ਏਕੋ ਸਿਮਰ ਨਾ ਦੂਜਾ ਭਾਉ। ਸਾਡੇ ਅੰਦਰ ਇੱਕ ਯਾਦ ਸ਼ਕਤੀ ਹੈ, ਮੈਮਰੀ ਪਾਵਰ। ਉਹ ਜੋ ਇੱਥੇ ਮੈਮਰੀ ਪਾਵਰ ਹੈ, ਉਹ ਆਲਵੇਜ਼ ਇਨ ਵਰਕਿੰਗ ਪ੍ਰੋਸੈਸ ਵਿੱਚ ਰਹਿੰਦੀ ਹੈ। ਹਰ ਵੇਲੇ ਉਸ ਵਿੱਚ ਕੁਛ ਨਾ ਕੁਛ ਯਾਦਾਂ ਚੱਲਦੀਆਂ ਰਹਿੰਦੀਆਂ ਨੇ। ਯਾਦਾਂ ਕਿਹਦੀਆਂ ਚੱਲਦੀਆਂ ਨੇ? ਰੱਬ ਦੀ ਬਣਾਈ ਹੋਈ ਕੁਦਰਤ ਦੇ ਵਿੱਚੋਂ, ਉਹਨਾਂ ਦਾਤਾਂ ਦੀਆਂ ਜਿਹਦੇ ਨਾਲ ਇਹਦਾ ਵਾਹ ਪੈਂਦਾ ਹੈ। ਜਿਹਦੇ ਨਾਲ ਇਹਦਾ ਵਾਹ ਹੀ ਨਹੀਂ ਪਿਆ, ਉਹਦੀ ਯਾਦ ਨਹੀਂ ਚੱਲ ਸਕਦੀ। ਬਹੁਤ ਐਸੇ ਦੇਸ਼ ਹੋਣਗੇ ਜਿਹੜੇ ਦੇਸ਼ਾਂ ਬਾਰੇ ਨਾ ਕਦੀ ਸੁਣਿਆ, ਨਾ ਪੜ੍ਹਿਆ, ਨਾ ਜਾਣਿਆ, ਨਾ ਦੇਖਿਆ, ਉਹਦੀ ਯਾਦ ਚੱਲ ਹੀ ਨਹੀਂ ਸਕਦੀ। ਜਿਸ ਬਾਰੇ ਸੁਣਿਆ, ਪੜ੍ਹਿਆ ਜਾਂ ਵਰਤੋਂ ਵਿਵਹਾਰ ਹੋਇਆ, ਉਹਦੀਆਂ ਯਾਦਾਂ ਚੱਲਦੀਆਂ ਨੇ। ਇਹ ਸਭ ਕੁਝ ਕਿਸ ਨੇ ਪੈਦਾ ਕੀਤਾ ਹੈ? ਵਾਹਿਗੁਰੂ ਜੀ ਨੇ। ਦਾਤਾਂ ਕਿਹਦੀਆਂ ਨੇ? ਦਾਤੇ ਦੀਆਂ। ਉਹਨੂੰ ਯਾਦ ਰੱਖਿਆ ਕਰ। ਉਹਦੇ ਤੋਂ ਬਿਨਾਂ ਦੂਜੇ ਪਾਸੇ ਦੀ ਜਿਹੜੀ ਖਿੱਚ ਹੈ, ਦੂਜੇ ਪਾਸੇ ਦਾ ਜਿਹੜਾ ਪਿਆਰ ਹੈ, ਉਹਨੂੰ ਛੱਡ ਦੇ। ਇੱਕੋ ਸਿਮਰ ਨਾ ਦੂਜਾ ਪਾਓ। ਇਹ ਕਿੱਥੋਂ ਪ੍ਰਾਪਤ ਹੋਏਗਾ? ਸਿੱਖੇਗਾ ਕਿੱਥੋਂ? ਸੰਤ ਸੰਗ ਜਪ ਕੇਵਲ ਨਾਉ। ਸੰਤ ਸੰਗ ਦੇ ਅਰਥ ਹੈ ਗੁਰੂ ਦੀ ਸੰਗਤ। ਗੁਰੂ ਦੇ ਬਚਨਾਂ ਵਿੱਚੋਂ ਸੱਚ ਦੀ ਸੰਗਤ ਕਰ। ਤੇ ਉਹ ਜੋ ਸੱਚ ਦੀ ਸੰਗਤ ਹੈ, ਉਸ ਵਿੱਚ ਜੋ ਨਾਮ ਦਿੱਤਾ ਜਾ ਰਿਹਾ ਹੈ, ਨਾਮ ਤੈਨੂੰ ਵੰਡਿਆ ਜਾ ਰਿਹਾ ਹੈ, ਉਹ ਹੈ ਉਪਦੇਸ਼, ਸਿੱਖਿਆਵਾਂ। ਉਹਨੂੰ ਜਪਣਾ ਕੀ ਹੈ? ਉਹ ਹੈ ਜ਼ਿੰਦਗੀ 'ਚ ਜਿਉਣਾ। ਆਖੋ ਵਾਹਿਗੁਰੂ। ਫਿਰ ਤੈਨੂੰ ਆਪਣੇ ਸੁਭਾਅ ਦੀ, ਸੋਚ ਦੀ ਪੜਚੋਲ ਹੋਏਗੀ। ਸੁਭਾਅ ਤੇ ਸੋਚ ਪ੍ਰਚਾਰਿਆ ਜਿਹੜਾ ਸੰਵਾਰਿਆ ਜਾਏਗਾ, ਸ਼ਿੰਗਾਰਿਆ ਜਾਏਗਾ। ਇਸ ਤੋਂ ਬਿਨਾਂ ਜੇ ਤੂੰ ਆਪਣੇ ਸੁਭਾਅ ਨੂੰ ਨਹੀਂ ਪਰਖਦਾ, ਸੋਚ ਨੂੰ ਨਹੀਂ ਪਰਖਦਿਆ, ਸੋਚ ਤੇ ਸੁਭਾਅ ਨੂੰ ਬਦਲਣ ਦਾ ਯਤਨ ਨਹੀਂ ਕਰ ਰਿਹਾ, ਤਾਂ ਜਿੰਨੇ ਧਰਮ ਦੇ ਕਰਮ ਕਰ ਰਿਹਾ ਪਿਆਰਿਆ, ਉਹ ਤੇਰੇ ਅੰਦਰ ਬਦਲਾਵ ਨਹੀਂ ਲਿਆਉਣਗੇ। ਕਰਮ, ਧਰਮ, ਨੇਮ, ਬ੍ਰਤ, ਪੂਜਾ, ਧਰਮ ਦੇ ਕਰਮ ਕਰਦੇ ਸੀ, ਉਹਦਾ ਨੇਮ ਬਣਾਉਂਦੇ ਸੀ, ਰੋਜ਼ਾਨਾ ਕਰਨਾ, ਬ੍ਰਤ ਰੱਖਦੇ ਸੀ, ਪੂਜਾ ਕਰਦੇ ਸੀ,
ਪਰ ਸਤਿਗੁਰੂ ਜੀ ਕਹਿੰਦੇ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਵਾਹਿਗੁਰੂ ਜੀ ਦੀ ਯਾਦ ਤੇ ਵਾਹਿਗੁਰੂ ਜੀ ਨੂੰ ਸਮਰਪਿਤ ਹੋਣ ਤੋਂ ਬਿਨਾਂ ਦੂਜੇ ਜਿਹੜੇ ਕਰਮ ਧਰਮ ਹੈ ਉਹਦੇ ਵਿੱਚ ਨਾ ਰਚ। ਅਸਲੀ ਕਰਮ ਕਿਹੜਾ ਹੈ? ਆਪਣੇ ਸੁਭਾਅ ਨੂੰ ਰੱਬ ਦੇ ਨਿਯਮ ਅਨੁਸਾਰ ਤੇ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਇਹਨੂੰ ਸੰਵਾਰਨਾ, ਸ਼ਿੰਗਾਰਨਾ। ਸੋਚ ਉਹ ਬਣਾ ਜਿਹੜੀ ਗੁਰੂ ਦੇ ਨਜ਼ਰੀਏ ਨਾਲ ਮੇਲ ਖਾਂਦੀ ਹੈ, ਜੋ ਗੁਰੂ ਨੂੰ ਚੰਗੀ ਲੱਗਦੀ ਹੈ। ਇਹ ਤੋਂ ਬਿਨਾਂ ਜਿਹੜੇ ਬਾਕੀ ਧਰਮ ਕਰਮ ਨੇ ਨਾ, ਉਹ ਪਿਆਰਿਆ ਜ਼ਿੰਦਗੀ 'ਚ ਬਦਲਾਵ ਨਹੀਂ ਲੈ ਕੇ ਆਉਂਦੇ। ਆਖੋ ਵਾਹਿਗੁਰੂ। ਜਾਨ ਨਾ ਦੂਜਾ, ਇਹਦੇ ਤੋਂ ਬਿਨਾਂ ਹੋਰ ਕੋਈ ਪ੍ਰਾਪਤੀ ਦਾ ਸਾਧਨ ਨਾ ਮੰਨ। ਜਿਨ੍ਹਾਂ ਨੇ ਆਪਣੀ ਸੋਚ ਨੂੰ ਪੜਚੋਲਿਆ ਹੈ, ਆਪਣੇ ਸੁਭਾਅ ਦੀ ਪੜਚੋਲ ਕੀਤੀ ਹੈ ਗੁਰੂ ਪਾਤਸ਼ਾਹ ਦੇ ਉਪਦੇਸ਼ ਰਾਹੀਂ। ਦੇਖੋ ਇੱਕ ਤਰੀਕਾ, ਗੁਰੂ ਸਾਹਿਬ ਕੀ ਕਹਿ ਰਹੇ ਨੇ, ਇੱਕ ਪਾਸੇ ਇਹ ਰੱਖ, ਸੁਭਾਅ ਤੇ ਸੋਚ ਕੈਸੀ ਹੈ ਇੱਕ ਪਾਸੇ ਉਹ ਰੱਖ, ਦੋਨਾਂ ਨੂੰ ਕੰਪੇਅਰ ਕਰਕੇ ਦੇਖ, ਪੜਚੋਲ ਹੋ ਜਾਏਗੀ। ਇੱਥੇ ਘਾਟਾ ਨੇ। ਗੁਰੂ ਸਾਹਿਬ ਕਹਿੰਦੇ ਨੇ ਕਰਨ ਨਾ ਸੁਣਾ ਹੈ ਕਾਹੂ ਕੀ ਨਿੰਦਾ। ਇਹ ਸੁਭਾਅ ਸੋਚ ਦੇਖ ਕਿੱਥੇ ਖੜੀ ਹੈ ਨਿੰਦਾ ਸੁਣਨ ਦੀ। ਫਿਰ ਕੰਪੇਅਰ ਕਰੇ ਤੋਂ ਪੜਚੋਲ ਹੋ ਗਈ। ਹੁਣ ਮੰਨ, ਉਸ ਉਪਦੇਸ਼ ਨੂੰ ਮੰਨ, ਯਤਨ ਕਰ, ਅਭਿਆਸ ਕਰ। ਇਹ ਨਿੰਦਾ, ਚੁਗਲੀ, ਲੋਭ, ਲਾਲਚ, ਹੰਕਾਰ, ਇਹ ਆਦਤਾਂ ਕੋਈ ਰਾਤੋਂ ਰਾਤ ਨਹੀਂ ਬਣ ਗਈਆਂ। ਲੰਬੇ ਸਮੇਂ ਤੋਂ ਜ਼ਿੰਦਗੀ ਦਾ ਹਿੱਸਾ ਚੱਲਦਾ ਹੈ, ਆਦਤ ਪੱਕੀ ਹੋਈ ਹੈ, ਤੇ ਫਿਰ ਰਾਤੋਂ ਰਾਤ ਮਿਟਣਗੀਆਂ ਵੀ ਨਹੀਂ। ਯਤਨ ਕਰ, ਇਸ ਨੂੰ ਕੰਟੀਨਿਊ ਪ੍ਰੋਸੈਸ ਰੱਖ, ਮਨ ਨੂੰ ਜਗਾ ਕੇ ਰੱਖ, ਤਾਂ ਫਿਰ ਇਹ ਜਿਹੜਾ ਤੇਰਾ ਕਰਮ ਹੈ ਨਾ, ਤਾਂ ਕਿ ਪੂਰਨ ਹੋਈ ਘਾਲ, ਫਿਰ ਉਹਨਾਂ ਦੀ ਮਿਹਨਤ ਸਫਲ ਹੋ ਜਾਂਦੀ ਹੈ। ਸੋਚ ਸੁਭਾਅ ਨੂੰ ਸ਼ਿੰਗਾਰਨ ਦੀ, ਇਹਨਾਂ ਦੀ ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ, ਜਿਨ੍ਹਾਂ ਦੀ ਆਪਣੇ ਵਾਹਿਗੁਰੂ ਜੀ ਦੇ ਨਾਲ ਇਤਨੀ ਗੂੜੀ ਪ੍ਰੀਤ ਹੈ, ਇਤਨੀ ਗੂੜੀ ਪ੍ਰੀਤ ਹੈ ਕਿ ਮੇਰਾ ਆਹ ਸੁਭਾਅ ਮੇਰੇ ਪਿਆਰੇ ਨੂੰ ਚੰਗਾ ਨਹੀਂ ਲੱਗਦਾ ਤੇ ਮੈਂ ਬਦਲ ਦੇਣਾ। ਆਖੋ ਦੁਨੀਆ ਤੇ ਜਿਤਨੇ ਰਿਸ਼ਤੇ ਨੇ, ਜਿਤਨੀਆਂ ਸਾਂਝਾਂ ਨੇ, ਉਹ ਕੱਚੀਆਂ ਕਿਉਂ ਨੇ? ਕਿਉਂਕਿ ਹਰ ਬੰਦਾ ਇੱਥੇ ਖੜਾ ਹੈ ਕਿ ਸਾਹਮਣੇ ਵਾਲਾ ਮੇਰੇ ਸੁਭਾਅ ਅਨੁਸਾਰ, ਮੇਰੀ ਸੋਚ ਅਨੁਸਾਰ ਚੱਲੇ। ਬਸ ਆਹ ਸਭ ਤੋਂ ਵੱਡਾ ਬਖੇੜਾ ਹੈ। ਇਸੇ ਕਰਕੇ ਕਿਹਾ ਕਿ ਸੱਚੀ ਪ੍ਰੀਤ ਨਹੀਂ ਹੈ, ਮੋਹ ਹੈ, ਇਮੋਸ਼ਨਲ ਅਟੈਚਮੈਂਟ ਹੈ, ਇਮੋਸ਼ਨਸ ਨੇ, ਐਕਸਪੈਕਟੇਸ਼ਨਸ ਨੇ, ਇੱਕ ਦੂਸਰੇ ਤੋਂ ਉਮੀਦਾਂ ਨੇ, ਹਿੱਤ ਨੇ ਇੱਕ ਦੂਸਰੇ ਪ੍ਰਤੀ। ਇਹ ਸੈਲਫਿਸ਼ ਲਵ ਹੈ, ਇਮੋਸ਼ਨਲ ਅਟੈਚਮੈਂਟ ਹੈ, ਇਹਨੂੰ ਮੋਹ ਕਿਹਾ ਹੈ। ਸੱਚੀ ਪ੍ਰੀਤ ਹੁੰਦੀ ਹੈ ਕਿ ਮੈਂ ਆਪਣੇ ਪਿਆਰੇ ਦੇ ਅਨੁਸਾਰ ਆਪਣਾ ਸੁਭਾਅ ਬਣਾਉਣਾ ਹੈ। ਵਾਹਿਗੁਰੂ, ਫਿਰ ਤੂੰ ਆਪਣੇ ਪਿਆਰੇ ਵਾਹਿਗੁਰੂ ਜੀ ਨਾਲ ਐਸੀ ਗੂੜੀ ਪ੍ਰੀਤ ਕਰ, ਜਿਹੜੀ ਸੋਚ, ਜਿਹੜਾ ਸੁਭਾਅ ਵਾਹਿਗੁਰੂ ਜੀ ਨੂੰ ਨਹੀਂ ਚੰਗਾ ਲੱਗਦਾ, ਉਹਨੂੰ ਛੱਡ ਦੇਣਾ। ਇਹਨੂੰ ਕਹਿੰਦੇ ਨੇ ਆਤਮ ਸਮਰਪਿਤ। ਦੇਖੋ ਇੱਕ ਉਦਾਹਰਨ ਦੇਵਾਂ, ਆਪਾਂ ਗੱਡੀ ਡਰਾਈਵ ਕਰਦੇ ਹਾਂ। ਹੁਣ ਨਿਯਮ ਨੂੰ ਕੀ ਚੰਗਾ ਲੱਗਦਾ ਹੈ? ਗਵਰਨਮੈਂਟ ਨੇ ਜੋ ਨਿਯਮ ਬਣਾਇਆ ਹੈ, ਕੌਨਸਟੀਟਿਊਸ਼ਨ ਜੋ ਹੈ, ਲਾਅ ਹੈ, ਉਸ ਨੂੰ ਕੀ ਚੰਗਾ ਲੱਗਦਾ ਹੈ? ਉਹ ਚੰਗਾ ਲੱਗਦਾ ਹੈ ਕਿ ਤੂੰ ਜਿਹੜੇ ਸਪੀਡ ਲਿਮਿਟ ਨੇ, ਉਹ ਬੋਰਡ ਲੱਗੇ ਹੋਏ ਨੇ, ਉਸ ਮੁਤਾਬਕ ਆਪਣੀ ਸਪੀਡ ਰੱਖ। 5-7 ਕਿਲੋਮੀਟਰ ਦੀ ਗ੍ਰੇਸ ਉੱਪਰ ਦੇ ਦਿੱਤੀ ਹੈ, 5-7 ਕਿਲੋਮੀਟਰ ਦੀ ਗ੍ਰੇਸ ਤੈਨੂੰ ਨੀਚੇ ਦੇ ਦਿੱਤੀ ਹੈ। ਇਸ ਤੋਂ ਨਾ ਘਟਾ ਤੇ ਨਾ ਵਧਾ। ਇਹਦੇ ਤੇ ਨਜ਼ਰ ਕੌਣ ਰੱਖ ਰਿਹਾ ਹੈ? ਪੁਲਿਸ ਨਜ਼ਰ ਰੱਖ ਰਹੀ ਹੈ। ਤੇ ਤੇਰੇ ਮਨ ਤੇ ਤੇਰਾ ਕਹਿੰਦਾ ਹੈ ਕਿ ਮੈਂ ਤੇਜ਼ ਚਲਾਵਾਂ, ਤੇਰੀ ਆਦਤ ਬਣੀ ਹੋਈ ਹੈ ਤੇਜ਼ ਚਲਾਉਣ ਦੀ। ਪਰ ਜੇ ਤੇਰੀ ਗੂੜੀ ਪ੍ਰੀਤ ਹੈ ਇਸ ਨਿਯਮ ਦੇ ਨਾਲ ਤੇ ਨਿਯਮ ਦੇ ਕਰਤਾ ਦੇ ਨਾਲ, ਤਾਂ ਫਿਰ ਤੈਨੂੰ ਆਪਣਾ ਸੁਭਾਅ, ਆਦਤ ਬਦਲਣੀ ਪਵੇਗੀ। ਫਿਰ ਗੁੱਡ ਡਰਾਈਵਰ ਬਣੇਗਾ। ਇਸੇ ਤਰ੍ਹਾਂ ਚੰਗਾ ਧਰਮੀ ਤਾਂ ਬਣੇਗਾ, ਰੱਬ ਦੇ ਨਾਲ ਗੂੜੀ ਪ੍ਰੀਤ ਪਾ ਤੇ ਗੁਰਬਾਣੀ 'ਚੋਂ ਸਿੱਖ ਕਿ ਕਿਹੜੇ ਕਿਹੜੇ ਸੁਭਾਅ ਦੇ ਹਿੱਸੇ, ਸੋਚ ਦੇ ਹਿੱਸੇ ਰੱਬ ਦੇ ਨਿਯਮ ਵਿੱਚ, ਗੁਰੂ ਨੂੰ, ਵਾਹਿਗੁਰੂ ਜੀ ਨੂੰ ਚੰਗੇ ਨਹੀਂ ਲੱਗਦੇ। ਉਹ ਸਾਰੇ ਉਪਦੇਸ਼ ਡੋਂਟ ਡੂ ਦੀ ਕੈਟੇਗਰੀ 'ਚ ਹੁੰਦੇ ਨੇ, ਆ ਨਾ ਕਰੋ। ਫਿਰ ਸੁਭਾਅ ਉਹ ਬਣਾ, ਸੋਚ ਉਹ ਬਣਾ ਜਿਹੜੀ ਗੁਰੂ ਨੂੰ, ਵਾਹਿਗੁਰੂ ਜੀ ਨੂੰ ਬਹੁਤ ਚੰਗੀ ਲੱਗਦੀ ਹੈ, ਗੁਰੂ ਦੇ ਉਪਦੇਸ਼ ਅਨੁਸਾਰ, ਰੱਬ ਦੇ ਨਿਯਮ ਅਨੁਸਾਰ ਫਿੱਟ ਹੁੰਦੀ ਹੈ। ਉਹ ਸਾਰੀਆਂ ਸਿੱਖਿਆਵਾਂ ਡੂ ਦੀ ਕੈਟੇਗਰੀ 'ਚ ਆਉਂਦੀਆਂ ਨੇ, ਆ ਕਰੋ।
इतनी गूढ़ी प्रीत पा। सो वैष्णो है ਅਪਰ ਅਪਾਰ। ਉਸ ਸਮੇਂ ਗੁਰੂ ਸਾਹਿਬ ਦੇ ਹੁੰਦਿਆਂ ਵਿਸ਼ਨੂੰ ਦੇ ਭਗਤ ਆਪਣੇ ਆਪ ਨੂੰ ਵੈਸ਼ਨੂ ਮੰਨਦੇ ਸੀ। ਸਤਿਗੁਰੂ ਕਹਿਣ ਲੱਗੇ ਵੈਸ਼ਨੋ ਹੋਣਾ ਕੱਲੇ ਖਾਣੇ ਨਾਲ ਜ਼ੁਬਾਨ ਨਾਲ ਸੰਬੰਧਿਤ ਨਹੀਂ। ਅਸਲੀ ਵੈਸ਼ਨੂ ਉਹ ਹੈ, ਇੱਥੇ ਇਹ ਨਹੀਂ ਹੈ ਕਿ ਅਸੀਂ ਇੱਕ ਕੈਟੇਗਰੀ ਲੈ ਲਈ ਹੈ, ਵੈਸ਼ਨੂ ਕੈਟੇਗਰੀ ਲੈ ਲਈ ਹੈ, ਜਾਂ ਇੱਧਰੋਂ ਇੱਕ ਸਬਜੈਕਟ ਲੈ ਲਿਆ ਵੈਸ਼ਨੂ ਹੋਣ ਦਾ, ਉਸੇ ਨੂੰ ਅਸੀਂ ਸਾਹਮਣੇ ਰੱਖ ਕੇ ਡਿਸਕਸ ਕਰੀਏ। ਨਹੀਂ ਨਹੀਂ, ਇਹਦੀਆਂ ਰਮਜ਼ਾਂ ਸਮਝੀਏ। ਇੱਥੇ ਵੈਸ਼ਨੂ ਦੇ ਅਰਥ ਹੈ ਧਰਮੀ। ਅਸਲੀ ਧਰਮੀ ਉਹ ਹੈ ਸੋ ਵੈਸ਼ਨੋ ਹੈ ਅਪਰ ਅਪਾਰ। ਉਹ ਪਰੇ ਤੋਂ ਪਰੇ, ਪਰੇ ਤੋਂ ਪਰੇ ਚੰਗੀ ਅਵਸਥਾ ਵਾਲਾ ਧਰਮੀ ਹੈ, ਜਿਹੜਾ ਕਹੋ ਨਾਨਕ ਜਿਨ ਤਜੇ ਬੇਕਾਰ। ਨਾਨਕ ਜੀ ਆਖਦੇ ਨੇ, ਜਿਸ ਨੇ ਬੇਕਾਰਾਂ ਦੇ ਹਮਲੇ ਤੋਂ ਮਨ ਨੂੰ ਬਚਾਉਣ ਵਾਸਤੇ ਗੁਰੂ ਦੇ ਉਪਦੇਸ਼ਾਂ ਦਾ ਸਹਾਰਾ ਲੈ ਲਿਆ। ਆਖੋ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਕੁਸੰਗੀ ਪ੍ਰਵਿਰਤੀ ਵਾਲੇ ਪਾਸਿਓਂ ਮਨ ਮੁੜ ਗਿਆ ਹੈ, ਉਹ ਅਸਲੀ ਧਰਮੀ ਹੈ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ 166ਵਾਂ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 97ਵਾਂ। ਜੀਵਤ ਛਾੜ ਜਾਹੇ ਦੇਵਾਨੇ, ਮੋਇਆ ਉਨ ਤੇ ਕੋ ਵਰਸਾਨੇ। ਸਤਿਗੁਰੂ ਕਹਿੰਦੇ ਪਿਆਰਿਆ, ਜਿਹੜੇ ਪਦਾਰਥ, ਜਿਹੜੀਆਂ ਪ੍ਰਾਪਤੀਆਂ, ਜਿਹੜੇ ਰਸ ਜ਼ਿੰਦਗੀ ਦੇ ਵਿੱਚ ਕੁਝ ਕ੍ਰਿਟੀਕਲ ਹਾਲਾਤ ਆਉਂਦੇ ਨੇ ਤੇ ਉਹਨਾਂ ਹਾਲਾਤਾਂ ਵਿੱਚ ਇਹ ਸਾਥ ਨਹੀਂ ਦਿੰਦੇ। ਫੋਰ ਐਗਜ਼ਾਮਪਲ, ਬੰਦੇ ਦੇ ਘਰ ਵਿੱਚ ਕਲੇਸ਼ ਹੈ, ਪੁੱਤਰ ਤੇ ਨੂੰਹ ਦੀ ਬਣਦੀ ਨਹੀਂ, ਨਿਤ ਝਗੜਾ ਕਲੇਸ਼ ਹੁੰਦਾ ਹੈ, ਬੱਚਿਆਂ ਤੇ ਉਹਦਾ ਬੁਰਾ ਅਸਰ ਪੈ ਰਿਹਾ ਹੈ, ਬਾਪੂ ਬੇਬੇ ਦੇਖ ਰਹੇ ਨੇ, ਮਾਪੇ ਦੇਖ ਰਹੇ ਨੇ, ਮਾਪੇ ਵਿਚਾਰੇ ਇਸ ਪੱਖੋਂ ਦੁਖੀ ਹੋ ਰਹੇ ਨੇ। ਹੁਣ ਉਹ ਕਲੇਸ਼ ਹਟ ਜਾਵੇ, ਬੱਚਿਆਂ ਤੇ ਪ੍ਰਭਾਵ ਨਾ ਪਵੇ, ਕੀ ਇੱਥੇ ਪੈਸਾ ਕੰਮ ਦੇਗਾ, ਕੀ ਪ੍ਰਾਪਰਟੀ ਕੰਮ ਦੇਗੀ? ਜਦ ਕਿ ਪੜਚੋਲ ਕੀਤਿਆਂ, ਰਿਸਰਚ ਕੀਤਿਆਂ ਇਹ ਗੱਲ ਸਾਹਮਣੇ ਆਏਗੀ ਕਿ ਹੋ ਸਕਦਾ ਪੈਸੇ ਪ੍ਰਾਪਰਟੀ ਦਾ ਜਿਹੜਾ ਸਟ੍ਰੈਸ ਹੈ, ਉਲਝਣ ਤਾਣੀ ਬਣ ਕੇ ਹੀ ਇਹ ਸਭ ਕੁਝ ਕਰਦਾ ਪਿਆ ਹੋਵੇ, ਫਿਰ ਪੈਸੇ ਤੇ ਪ੍ਰਾਪਰਟੀ ਨੇ ਇੱਥੇ ਸਾਥ ਨਹੀਂ ਦਿੱਤਾ। ਆਖੋ ਵਾਹਿਗੁਰੂ। ਇਹ ਤਾਂ ਜਿਉਂਦੇ ਜੀ ਸਾਥ ਛੱਡ ਜਾਂਦੀਆਂ ਨੇ, ਇਹ ਚੀਜ਼ਾਂ ਨਿਭਦੀਆਂ ਨਹੀਂ, ਸਹਾਈ ਨਹੀਂ ਹੁੰਦੀਆਂ। ਜਿਹੜੀਆਂ ਚੀਜ਼ਾਂ ਜਿਉਂਦੇ ਜੀ ਸਾਥ ਛੱਡ ਜਾਂਦੀਆਂ ਨੇ, ਜਿਉਂਦੇ ਜੀ ਸਹਾਈ ਨਹੀਂ ਹੁੰਦੀਆਂ, ਜੀਵਤ ਛਾੜ ਜਾਹੇ ਦੀਵਾਨੇ, ਮੋਇਆ ਉਨ ਤੇ ਕੋ ਵਰਸਾਨੇ। ਮਰੇ ਤੋਂ ਬਾਅਦ ਉਹ ਕਿੱਥੇ ਸਾਥ ਦੇਣਗੇ? ਲੋਕ ਮਰੇ ਹੋਏ ਬਾਪੂ ਦੇ ਉੱਪਰ ਪੈਸੇ ਸੁੱਟਦੇ, ਖਿੱਲਾਂ, ਬਦਾਮ, ਮਖਾਣੇ, ਛੁਹਾਰੇ ਇਹ ਸੁੱਟਦੇ ਸੀ, ਦਾਖਾਂ। ਕੀ ਕਰੇਗਾ ਉਹਨਾਂ ਦੇ ਉੱਪਰ ਦੀ ਸੁੱਟ ਕੇ? ਮਰਨ ਤੋਂ ਬਾਅਦ ਦਾਨ ਕਰਦੇ ਨੇ। ਇਹ ਬਿਮਾਰੀ ਸਾਡੇ 'ਚ ਵੀ ਐਂਟਰ ਕਰਵਾ ਦਿੱਤੀ ਗਈ। ਮ੍ਰਿਤਕ ਪ੍ਰਾਣੀ ਤੋਂ ਬਾਅਦ ਸਹਿਜ ਪਾਠ, ਸ਼੍ਰੀ ਅਖੰਡ ਪਾਠ ਸਾਹਿਬ ਕਿਸ ਵਾਸਤੇ ਹੈ? ਜੀਵਨ ਜੁਗਤ ਸਿੱਖਣ ਵਾਸਤੇ ਹੈ। ਅੱਜ ਇੱਕ ਮੌਤ ਸਾਹਮਣੇ ਹੈ, ਮਨ ਨੂੰ ਹਲੂਣਾ ਮਿਲਿਆ ਹੋਇਆ, ਤਾਂ ਜ਼ਿੰਦਗੀ ਦੀ ਵੈਲਿਊ ਸਮਝ, ਇਹ ਜਿਉਂਦੇ ਜੀਵ ਵਾਸਤੇ ਹੈ। ਅਸੀਂ ਸੋਚਦੇ ਮਰਨ ਵਾਲੇ ਵਾਸਤੇ ਹੈ। ਫਿਰ ਉਸ ਵੇਲੇ ਜਿਹੜਾ ਦਾਨ ਕੀਤਾ ਜਾਂਦਾ ਹੈ, ਇਹ ਸੋਚਦੇ ਵੀ ਸ਼ਾਇਦ ਮਰੇ ਹੋਏ ਬਾਪੂ ਨੂੰ ਜਾਏਗਾ। ਐਸੀਆਂ ਘਟਨਾਵਾਂ ਵੀ ਆਉਂਦੀਆਂ ਨੇ ਕਿ ਗ੍ਰੰਥੀ ਸਿੰਘ ਨੂੰ ਕਹਿਣਾ ਪੈਂਦਾ ਹੈ, ਉਹ ਭਲਿਓ ਮਾਨਸੋ ਜੁੱਤੀ ਤੇ ਬਾਹਰ ਰੱਖ ਦਿਓ। ਉਹ ਵੀ ਤੁਸੀਂ ਡੱਬਾ ਲਿਆ ਕੇ ਅੰਦਰ ਰੱਖ ਦਿੱਤਾ, ਇਹ ਬਾਪੂ ਨੂੰ ਪਹੁੰਚ ਜਾਏਗਾ। ਨਹੀਂ, ਜਿਨ੍ਹਾਂ ਨੇ ਇਸ ਤਰ੍ਹਾਂ ਧਰਮ ਨੂੰ ਸਮਝਿਆ ਜਾਂ ਸਮਝਾਇਆ, ਜਿਨ੍ਹਾਂ ਕਰਮਕਾਂਡ ਨੂੰ ਸਮਝਿਆ ਜਾਂ ਕਰਮਕਾਂਡ ਸਮਝਾਇਆ, ਉਹਨਾਂ ਗੁਰਬਾਣੀ ਦੀ ਵਿਚਾਰ ਸ਼ਾਇਦ ਨਹੀਂ ਕੀਤੀ। ਉਹਨਾਂ ਨੂੰ ਗੁਰਬਾਣੀ ਦੇ ਰਾਹੀਂ ਜ਼ਿੰਦਗੀ ਦੀਆਂ ਤੱਥਾਂ ਨੂੰ ਪੜਚੋਲਣਾ ਨਹੀਂ ਆਇਆ। ਸਤਿਗੁਰੂ ਕਹਿੰਦੇ ਪਿਆਰੇ, ਅਸਲੀ ਰਮਜ਼ ਇਹ ਸੀ, ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ। ਵਾਹਿਗੁਰੂ ਜੀ ਦੀ ਯਾਦ ਵਿੱਚ ਕਿਹੜਾ ਮਨ ਹੈ ਜਿਹੜਾ ਭਿੱਜਦਾ ਏ, ਤੇ ਕਿਹੜਾ ਸਰੀਰ ਹੈ ਜਿਹੜਾ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਆਪਾ ਵਾਰ ਕੇ
ਰੱਬੀ ਮਾਰਗ ਦੇ ਕਰਮ ਕਰਦਾ ਹੈ, ਉਹ ਕਰਮ ਸ਼ੁਭ ਅਮਲ ਤੇ ਪਰਉਪਕਾਰ ਹੁੰਦੇ ਨੇ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਇੱਥੇ ਸ਼ਬਦ ਵਰਤਿਆ ਧੁਰ ਲਿਖਿਆ, ਜਿਨ੍ਹਾਂ ਦੇ ਅੰਦਰ ਇਹ ਵਿਚਾਰਧਾਰਾ ਜਜ਼ਬਾ ਲਿਖਿਆ ਗਿਆ। ਲਿਖਿਆ ਕੀ ਗਿਆ? ਜਿਹਨੇ ਕਦੀ ਜਜ਼ਬੇ ਦੀਆਂ ਗੱਲਾਂ ਸੁਣੀਆਂ ਨਹੀਂ, ਜਿਹਦੇ ਘਰ ਵਿੱਚ ਕਦੀ ਇਹ ਗੱਲਾਂ ਨਹੀਂ ਚੱਲੀਆਂ ਕਿ ਕੌਮ ਲਈ ਕੁਝ ਕਰਨਾ ਚਾਹੀਦਾ, ਜਿਹਦੇ ਬਾਪ ਦਾਦੇ ਨੇ ਪ੍ਰੈਕਟੀਕਲ ਰੂਪ ਵਿੱਚ ਕੌਮ ਦੇ ਲਈ ਕਦੀ ਕੁਝ ਕੀਤਾ ਨਹੀਂ, ਉਹਨੂੰ ਕਦੀ ਮਾਂ ਨੇ ਬਾਪ ਨੇ ਇਹ ਪ੍ਰੇਰਨਾ ਨਹੀਂ ਦਿੱਤੀ ਕਿ ਪੁੱਤਰ ਕੌਮ ਦੇ ਲਈ ਆਪਾ ਵਾਰੀਦਾ। ਉਹਨੂੰ ਕਦੀ ਕੌਮੀ ਪਰਵਾਨਿਆਂ ਦੀਆਂ ਗਾਥਾਵਾਂ ਸੁਣਾਈਆਂ ਨਹੀਂ ਕਿ ਕੌਮ ਦੇ ਅੰਦਰ ਕਿੱਦਾਂ ਗੁਰੂ ਕੇ ਪਿਆਰਿਆਂ ਨੇ ਕੌਮ ਦੇ ਲਈ ਕੁਰਬਾਨੀਆਂ ਕਰਕੇ ਕੌਮ ਦੀ ਬਗੀਚੀ ਨੂੰ ਸਿੰਜਿਆ। ਉਹ ਭਾਵੇਂ ਅਰਦਾਸ ਵਿੱਚ ਪੜ੍ਹਦੇ ਨੇ, ਸੁਣਦੇ ਨੇ, ਜਿਨ੍ਹਾਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪਰ ਉਹਨਾਂ ਨੂੰ ਦੱਸਿਆ ਨਹੀਂ, ਇਹ ਸਿੰਜਿਆ ਨਹੀਂ ਇਹ ਵਿਚਾਰ ਉਹਨਾਂ ਦੇ ਅੰਦਰ। ਤਾਂ ਅੰਦਰ ਇਹ ਵਿਚਾਰਧਾਰਾ ਨਹੀਂ ਬਣੀ, ਅੰਦਰ ਇਹ ਸੋਚ ਨਹੀਂ ਬਣੀ, ਜਜ਼ਬਾ ਨਹੀਂ ਬਣਿਆ, ਉਹਨਾਂ ਅੰਦਰ ਨਹੀਂ ਯਾਦ ਚੱਲ ਸਕਦੀ। ਆਖੋ ਵਾਹਿਗੁਰੂ। ਗੁਰੂ ਕਲਗੀਧਰ ਸਾਹਿਬ ਦੀ ਯਾਦ ਨਹੀਂ ਚੱਲ ਸਕਦੀ, ਵਾਹਿਗੁਰੂ ਜੀ ਦੀ ਯਾਦ ਨਹੀਂ ਚੱਲਦੀ। ਵਾਹਿਗੁਰੂ ਜੀ ਦੀ ਯਾਦ ਉਹਨਾਂ ਦੇ ਮਨ ਵਿੱਚ ਚੱਲਦੀ ਹੈ, ਉਹ ਸਰੀਰਕ ਤੌਰ 'ਤੇ ਫਿਜ਼ੀਕਲੀ ਰੂਪ ਦੇ ਵਿੱਚ ਗੁਰੂ ਦੇ ਲਈ ਆਪਾ ਵਾਰਦੇ ਨੇ, ਪਰਉਪਕਾਰ ਦੇ ਮਿਸ਼ਨ 'ਤੇ ਤੁਰਦੇ ਨੇ, ਜਿਨ੍ਹਾਂ ਦੀ ਸੋਚ ਤੇ ਵਿਚਾਰਧਾਰਾ ਵਿੱਚ ਲਿਖਿਆ ਗਿਆ। ਆਖੋ ਵਾਹਿਗੁਰੂ। ਜਾਂ ਤਾਂ ਸੋਚ ਵਿਚਾਰਧਾਰਾ ਲਿਖਦੀ ਹਨ ਮਾਪੇ, ਘਰ ਦਾ ਕਲਚਰ, ਜਾਂ ਫਰੈਂਡ ਸਰਕਲ, ਜਾਂ ਬਜ਼ੁਰਗ, ਜਾਂ ਟੀਚਰ, ਜਾਂ ਉਸਨੂੰ ਮਾਹੌਲ ਜੋ ਮਿਲਦਾ ਹੈ। ਜਿਹੜੀਆਂ ਗੁਰਮਤਿ ਕਲਾਸਾਂ ਹੁੰਦੀਆਂ ਨੇ, ਗੁਰਮਤਿ ਕੈਂਪ ਹੁੰਦੇ ਨੇ, ਗੁਰਮਤਿ ਦੇ ਸੈਮੀਨਾਰ ਹੁੰਦੇ ਨੇ, ਗੁੱਸਾ ਨਾ ਕਰਨਾ, ਬਹੁਤ ਐਸੇ ਹੋਣਗੇ ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਗੁਰਮਤਿ ਦਾ ਸੈਮੀਨਾਰ ਅਟੈਂਡ ਹੀ ਨਹੀਂ ਕਰਕੇ ਦੇਖਿਆ ਹੋਵੇਗਾ। ਵੱਡੀ ਉਮਰ ਦੇ ਯਾਦ ਕਰਕੇ ਦੇਖੋ, ਹੋ ਸਕਦਾ ਬਹੁਤ ਐਸੇ ਹੋਣ ਜਿਨ੍ਹਾਂ ਨੇ ਕਦੀ ਆਪਣੀ ਜ਼ਿੰਦਗੀ 'ਚ ਗੁਰਮਤਿ ਕੈਂਪ ਅਟੈਂਡ ਹੀ ਨਹੀਂ ਕੀਤਾ। ਬਹੁਤੇ ਕਹਿੰਦੇ ਹੋਣਗੇ ਕਿ ਜੀ ਗੁਰਮਤਿ ਕੈਂਪ ਹੁੰਦਾ ਹੀ ਨਹੀਂ ਸੀ। ਕੌਣ ਕਹਿੰਦਾ ਨਹੀਂ ਸੀ ਹੁੰਦਾ? 1972-73 ਦੇ ਵਿੱਚ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਰੀ ਕੈਂਪ ਲਾਇਆ ਕਰਦੇ ਸਨ। ਗੁਰਮਤਿ ਕਲਾਸਾਂ ਸ਼ਹਿਰਾਂ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਚੱਲਦੀਆਂ ਨੇ। ਜਿਹਨੂੰ ਸਰਕਲ ਨਹੀਂ ਮਿਲਿਆ, ਉਹਦੇ ਅੰਦਰ ਵਿਚਾਰਧਾਰਾ ਨਹੀਂ ਲਿਖੀ ਗਈ। ਜਿਹਦੇ ਅੰਦਰ ਵਿਚਾਰਧਾਰਾ ਲਿਖੀ ਗਈ, ਉਹਦੇ ਅੰਦਰ ਹਿਰਦੇ 'ਚ ਭਾਵਨਾ ਬਣ ਗਈ, ਜਜ਼ਬਾ ਬਣ ਗਿਆ ਰੱਬ ਲਈ ਆਪਾ ਵਾਰਨ ਦਾ। ਜਿਹਦੇ ਧੁਰ ਹਿਰਦੇ ਵਿੱਚ ਇਹ ਜਜ਼ਬਾ, ਵਿਚਾਰਧਾਰਾ, ਸੋਚ ਲਿਖੀ ਗਈ, ਉਹ ਵਾਹਿਗੁਰੂ ਜੀ ਦੀ ਯਾਦ ਵਿੱਚ ਜਿਉਂਦੇ ਨੇ। ਆਖੋ ਵਾਹਿਗੁਰੂ। ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜਿਉਂਦੇ ਨੇ। ਕਾਹੂ ਕਾਜ ਨ ਆਵਤ ਵਿਖਿਆ, ਜਿਨ੍ਹਾਂ ਦੇ ਅੰਦਰ ਵਿਚਾਰਧਾਰਾ ਕੁਸੰਗ ਦੀ, ਮਨਮੁਖਤਾਈ ਦੀ, ਦੁਨਿਆਵੀ ਪ੍ਰਾਪਤੀਆਂ ਦੀ ਲਿਖੀ ਗਈ, ਉਹ ਇੱਕ ਐਸੀ ਮਿੱਠੀ ਜ਼ਹਿਰ ਹੈ ਵਿਖਿਆ, ਜਿਹੜੀ ਜ਼ਿੰਦਗੀ ਦੇ ਬਹੁਤ ਸਾਰੇ ਕ੍ਰਿਟੀਕਲ ਸਮਿਆਂ 'ਤੇ ਕੰਮ ਨਹੀਂ ਆਉਂਦੀ। ਰਹਾਓ ਸੈਂਟਰਲ ਆਈਡੀਆ ਹੈ ਸ਼ਬਦ ਦਾ, ਤੱਤ ਸਿਧਾਂਤ ਹੈ। ਵੇਖੈ ਠਗੌਰੀ ਜਿਨ ਜਿਨ ਖਾਈ, ਉਹ ਦੁਨਿਆਵੀ ਪ੍ਰਾਪਤੀਆਂ ਨੂੰ ਸਭ ਕੁਝ ਮੰਨੀ ਜਾਂਦਾ ਏ, ਉਹਦੇ ਲਈ ਸਿਰ ਧੜ ਦੀ ਬਾਜੀ ਲਾ ਦਿੰਦਾ ਏ, ਉਹਦੇ ਵਿੱਚ ਉਲਝਣ ਤਾਣੀ ਆਪਣੀ ਬੁਣ ਲੈਂਦਾ ਹੈ ਅਤੇ ਉਸ ਉਲਝਣ ਤਾਣੀ 'ਚ ਫਸ ਜਾਂਦਾ ਏ। ਇਹ ਇੱਕ ਜ਼ਹਿਰ ਭਰੀ ਠਗੌਰੀ ਬੂਟੀ ਹੈ, ਉਹਨੇ ਇਹਨੂੰ ਠੱਗ ਲਿਆ। ਆਖੋ ਵਾਹਿਗੁਰੂ। ਜਿਨ੍ਹਾਂ ਨੇ ਵਿਖੇ ਠਗੌਰੀ ਖਾਧੀ, ਇਹਦੇ 'ਚ ਲੋਭ ਲਾਲਚ ਹੈ, ਉਹਦੇ 'ਚੋਂ ਹੰਕਾਰ ਆ ਜਾਂਦਾ ਏ, ਨਫ਼ਰਤ ਆ ਜਾਂਦੀ ਹੈ, ਕ੍ਰੋਧ ਆ ਜਾਂਦਾ ਏ, ਵਿਕਾਰ ਆ ਜਾਂਦੇ ਨੇ। ਇਹ ਠਗੌਰੀ ਬੂਟੀ ਹੈ, ਠੱਗਣ ਵਾਲੀ। ਜਿਨ੍ਹਾਂ ਨੇ ਖਾ ਲਈ, ਤਾਂ ਕਿ ਤ੍ਰਿਸ਼ਨਾ ਕਬਹੂ ਨਾ ਜਾਈ, ਉਹ ਜਿੰਨੀ ਮਰਜ਼ੀ ਪ੍ਰਾਪਤੀ ਕਰ ਲੈਣ, ਜਿੰਨਾ ਮਰਜ਼ੀ ਪੈਸਾ ਪ੍ਰਾਪਰਟੀ ਬਣਾ ਲੈਣ, ਉਹ ਤ੍ਰਿਸ਼ਨਾ ਭੁੱਖ ਮਿਟਦੀ ਨਹੀਂ। ਆਖੋ ਵਾਹਿਗੁਰੂ। ਦਾਰਨ ਦੁੱਖ ਦੁਤਰ ਸੰਸਾਰ, ਇਹ ਜਿਹੜਾ ਸੰਸਾਰ ਹੈ ਨਾ, ਇਸ ਵਿੱਚ ਹਾਲਾਤ ਕਰਵਟ ਲੈਂਦੇ ਨੇ, ਜ਼ਿੰਦਗੀ ਦੇ ਹਾਲਾਤ ਵੀ ਕਰਵਟ ਲੈਂਦੇ ਨੇ, ਪਰਿਵਾਰਕ ਹਾਲਾਤ ਵੀ ਬਦਲਦੇ ਰਹਿੰਦੇ ਨੇ, ਸਮਾਜਿਕ ਹਾਲਾਤ ਵੀ ਬਦਲਦੇ ਨੇ। ਬਦਲਦੇ ਹਾਲਾਤਾਂ ਵਿੱਚ ਬਦਲਦੇ ਖਿਆਲ, ਬਦਲਦੀਆਂ ਲਹਿਰਾਂ ਨੇ। ਅੰਦਰ ਮਨ ਦੀ, ਸੁਭਾਅ ਦੀ ਅਵਸਥਾ ਅਪ ਐਂਡ ਡਾਊਨ ਹੁੰਦੀ ਰਹਿੰਦੀ ਹੈ। ਕਦੀ ਖੁਸ਼ੀ ਮਹਿਸੂਸ ਕਰਦਾ ਹੈ ਅਤੇ ਕਦੀ ਦੁੱਖ ਮਹਿਸੂਸ ਕਰਦਾ ਹੈ। ਇਹ ਜਿਹੜੀਆਂ ਲਹਿਰਾਂ ਨੇ ਨਾ, ਬੜੀਆਂ ਭਿਆਨਕ ਵੀ ਨੇ
ਤੇ ਇਹਨਾਂ ਨੂੰ ਮੈਨੇਜ ਕਰਨਾ ਔਖਾ ਵੀ ਆਖੋ ਵਾਹਿਗੁਰੂ। ਦਾਰਨ ਹੁੰਦਾ ਭਿਆਨਕ, ਦੋਤਰ ਹੁੰਦਾ ਔਖਾ। ਕਰਨਾ ਔਖਾ ਹੈ, ਮੈਨੇਜ ਕਰਨਾ ਔਖਾ ਹੈ। ਇਹੀ ਸਭ ਤੋਂ ਵੱਡਾ ਦੁੱਖ ਹੈ। ਦਾਰਨ, ਦੁੱਖ, ਦੁੱਤਰ, ਸੰਸਾਰ, ਇਹਦੇ 'ਚ ਦੁੱਖ ਜਨਮ ਲੈਂਦੇ ਨੇ। ਰਾਮ ਨਾਮ ਬਿਨ ਕੈਸੇ ਉਤਰਸ ਪਾਰ। ਰੱਬ ਦਾ ਨਾਮ ਗਿਆਨ ਹੈ, ਸੱਚਾ ਗਿਆਨ ਹੈ। ਗੁਰੂ ਦੇ ਉਪਦੇਸ਼ ਨੇ। ਗੁਰੂ ਦੇ ਉਪਦੇਸ਼ ਆਪਣੇ ਸੋਚ ਸੁਭਾਅ ਤੇ ਲਾਗੂ ਨਹੀਂ ਕਰੇਗਾ ਤਾਂ ਕਿੱਦਾਂ ਮੈਨੇਜ ਕਰੇਗਾ ਇਸ ਨੂੰ? ਕਿੱਦਾਂ ਤੈਨੂੰ ਸਮਝ ਆਏਗੀ ਕਿ ਮੇਰੇ ਸੁਭਾਅ 'ਚ ਕਿਹੜੀਆਂ ਕਮਜ਼ੋਰੀਆਂ ਨੇ, ਜਿਹੜਾ ਕਮਜ਼ੋਰੀਆਂ ਕਰਕੇ ਮੈਂ ਖੁਦ ਫਸਦਾ ਜਾ ਰਿਹਾ। ਮੇਰੀ ਸੋਚ ਵਿੱਚ ਕਿਹੜੀਆਂ ਕਮਜ਼ੋਰੀਆਂ ਨੇ ਜਿਹਦੇ ਕਰਕੇ ਮੈਂ ਖੁਦ ਉਲਝਦਾ ਜਾ ਰਿਹਾ। ਉਹ ਗਿਆਨ ਰੂਪੀ ਨਾਮ ਤੋਂ ਬਿਨਾਂ, ਰੱਬੀ ਉਪਦੇਸ਼ ਤੋਂ ਬਿਨਾਂ, ਗੁਰੂ ਦੇ ਸਿੱਖਿਆਵਾਂ ਤੋਂ ਬਿਨਾਂ ਨਾ ਸੋਚ ਸੁਭਾਅ ਨੂੰ ਪਰਚੋਲ ਸਕੇਗਾ, ਨਾ ਸ਼ਿੰਗਾਰ ਸਕੇਗਾ। ਰਾਮ ਨਾਮ ਬਿਨ ਕੈਸੇ ਉਤਰਸ ਪਾਰ, ਕਿਵੇਂ ਪਾਰ ਲੱਗੇਗਾ, ਕਿਵੇਂ ਸਫਲ ਹੋਏਗਾ? ਸਾਧ ਸੰਗ ਮਿਲ ਦੋਇ ਕੁਲ ਸਾਧ। ਜਿਹੜੇ ਗੁਰੂ ਨੂੰ ਮਿਲ ਕੇ, ਮਿਲਣਾ ਇਹ ਨਹੀਂ ਹੁੰਦਾ ਕਿ ਗਏ ਆ ਮੱਥਾ ਟੇਕ ਲਿਆ ਮਿਲ ਲਿਆ, ਨਹੀਂ। ਹੁਕਮ ਮੰਨਣਾ ਗੁਰੂ ਨੂੰ ਮਿਲਣਾ ਹੁੰਦਾ ਹੈ। ਜਿਹੜੇ ਹੁਕਮ ਮੰਨਦੇ ਨੇ ਨਾ, ਦੋਏ ਕੁਲ, ਸਾਡੇ ਅੰਦਰਲਾ ਜੀਵਨ ਤੇ ਸਾਡਾ ਬਾਹਰਲਾ ਜੀਵਨ, ਇਹ ਦੋ ਕੁਲ ਹੈ। ਅੰਦਰਲਾ ਸੋਚ ਸੁਭਾਅ ਵਿਚਾਰ ਜਜ਼ਬੇ ਵੀ ਸੰਵਾਰਨੇ ਨੇ, ਬਾਹਰਲਾ ਜੀਵਨ ਸੰਵਰਦਾ ਹੈ ਸ਼ੁਭ ਅਮਲ ਤੇ ਪਰਉਪਕਾਰ ਤੇ। ਉਹਨਾਂ ਨੇ ਆਪਣੇ ਬਾਹਰਲੇ ਜੀਵਨ ਨੂੰ ਵੀ ਸਾਧ ਲਿਆ, ਸਿੱਧੇ ਪਾਸੇ ਤੋਰ ਲਿਆ। ਅੰਦਰਲੀ ਦਿਸ਼ਾ ਨੂੰ ਵੀ ਸਾਧ ਲਿਆ ਆਖੋ ਵਾਹਿਗੁਰੂ। ਗੁਰੂ ਨੂੰ ਮਿਲ ਕੇ, ਗੁਰੂ ਦੇ ਉਪਦੇਸ਼ ਮੰਨ ਕੇ। ਰਾਮ ਨਾਮ ਨਾਨਕ ਆਰਾਧ। ਇਹ ਨਾਨਕ ਜੀ ਇੱਦਾਂ ਕਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਨਕ ਸ਼ਬਦ ਵਰਤ ਕੇ ਕਹਿੰਦੇ ਨੇ, ਰਾਮ ਦੇ ਨਾਮ ਦੀ ਆਰਾਧਨਾ ਕਰਨੀ। ਜੇ ਸੱਚਾ ਗਿਆਨ, ਗੁਰੂ ਦੇ ਉਪਦੇਸ਼, ਗੁਰੂ ਦੀ ਬਾਣੀ, ਬ੍ਰਹਮ ਦੀ ਬਾਣੀ ਹੈ, ਰੱਬ ਦਾ ਨਾਮ ਹੈ, ਇਹਦੀ ਆਰਾਧਨਾ, ਇਸ ਨੂੰ ਮੰਨਣਾ ਹੈ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਅਗਲਾ ਸ਼ਬਦ, ਗੌੜੀ ਰਾਗ ਦਾ 167ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਦਾ 98ਵਾਂ। ਗਰੀਬਾਂ ਉੱਪਰ ਜੇ ਖਿੰਜੈ ਦਾੜੀ। ਹੁਣ ਕੁਛ ਸ਼ਬਦ ਹੁੰਦੇ ਨੇ ਜਿਹਦੀ ਰਮਜ਼ ਸਮਝਣੀ ਹੁੰਦੀ ਹੈ। ਰਮਜ਼ ਨਹੀਂ ਸਮਝਾਂਗੇ ਤੇ ਸ਼ਾਇਦ ਅਸੀਂ ਅਰਥਾਂ ਦੀ, ਉਹ ਸਿੱਖਿਆ ਉਪਦੇਸ਼ ਦੀ ਤਹਿ ਤੱਕ ਨਹੀਂ ਜਾ ਸਕਾਂਗੇ। ਦਾੜੀ, ਦਾੜੀ ਜੋ ਹੈ ਉਹ ਬੀਬੀਆਂ ਦੇ ਨਹੀਂ ਹੁੰਦੀ, ਬੰਦਿਆਂ ਦੇ ਹੁੰਦੀ ਹੈ, ਨੰਬਰ 1। ਨੰਬਰ 2, ਬੰਦਿਆਂ ਦੇ ਜਨਮ ਤੋਂ ਨਹੀਂ ਹੁੰਦੀ, 16, 17, 18 ਸਾਲ ਦੀ ਉਮਰ ਵਿੱਚ ਆ ਕੇ ਇਹ ਆਉਣੀ ਸ਼ੁਰੂ ਹੁੰਦੀ ਹੈ। ਕਾਲੇ ਵਾਲ ਆਉਂਦੇ ਨੇ, ਕਾਲੇ ਸਦਾ ਨਹੀਂ ਰਹਿੰਦੇ, ਚਿੱਟੇ ਹੋ ਜਾਂਦੇ ਨੇ। ਇਹ ਤਾਂ ਦਾੜੀ ਦਾ ਉਹ ਰੂਪ ਹੈ ਜਿਹੜਾ ਅਸੀਂ ਸਾਰੇ ਦੇਖਦੇ ਹਾਂ। ਇਹਦੀ ਰਮਜ਼ ਕੀ ਹੈ? ਜਦੋਂ ਬੱਚੇ ਦੇ ਥੋੜ੍ਹਾ ਥੋੜ੍ਹਾ ਦਾੜਾ ਮਸ਼ਹਿਰੇ ਆਉਂਦੇ ਨੇ, ਜਿਹਨੂੰ ਲੂਈ ਕਹਿੰਦੇ ਨੇ, ਲੂਈ ਫੁੱਟ ਪਈ, ਜਿਹਨੂੰ ਮੁੱਛ ਫੁੱਟ ਗੱਭਰੂ ਕਹਿੰਦੇ ਨੇ, ਉਹ ਪਿਆਰਿਓ ਇਹ ਪ੍ਰਤੀਕ ਹੈ, ਇਹ ਹੁਣ ਸਿਆਣਾ ਹੋ ਰਿਹਾ ਆਖੋ ਵਾਹਿਗੁਰੂ। ਕੀ ਸਿਆਣਾ ਹੋ ਰਿਹਾ? ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਹੋ ਰਿਹਾ ਹੈ, ਯਾਨੀ ਜ਼ਿੰਮੇਵਾਰ ਬਣ ਰਿਹਾ। ਦਾੜੀ ਦੇ ਅਰਥ ਜ਼ਿੰਮੇਵਾਰ ਹੈ। ਤੁਸੀਂ ਦੇਖੋਗੇ ਜਦੋਂ ਚਿੱਟਾ ਦਾੜਾ ਹੋ ਜਾਵੇ ਨਾ, ਲੋਕ ਵਿਸ਼ਵਾਸ ਕਰਦੇ ਨੇ ਇਹਦੇ ਕੋਲੇ ਜ਼ਿੰਦਗੀ ਦਾ ਤਜਰਬਾ ਆ ਗਿਆ ਤੇ ਜ਼ਿੰਦਗੀ ਦੇ ਤਜਰਬੇ ਕਰਕੇ ਇਹ ਹੁਣ ਇਹਦੇ ਕੋਲੇ ਸਿਆਣਪ ਹੈ, ਇਹ ਜ਼ਿੰਮੇਵਾਰੀਆਂ ਸਿਖਾ ਸਕਦਾ ਦੂਸਰਿਆਂ ਨੂੰ। ਪਰ ਕਿਸੇ ਵੀ ਤਰ੍ਹਾਂ ਦੀ ਕਿਸੇ ਕੋਲੇ ਜ਼ਿੰਮੇਵਾਰੀ ਹੈ, ਦਾੜੀ ਦੇ ਅਰਥ ਜ਼ਿੰਮੇਵਾਰੀ। ਕਿਸੇ ਕੋਲੇ ਪੋਲੀਟੀਕਲ ਰਿਸਪੌਂਸਿਬਿਲਿਟੀ ਹੈ, ਕਿਸੇ ਕੋਲੇ ਇੰਸਟੀਟਿਊਸ਼ਨਲ ਰਿਸਪੌਂਸਿਬਿਲਿਟੀ ਹੈ, ਉਹ ਕਿਸੇ ਸੰਸਥਾ ਦਾ ਮੈਂਬਰ, ਸੈਕਟਰੀ, ਪ੍ਰਧਾਨ ਹੈ। ਘਰ ਦੇ ਵਿੱਚ ਪਰਿਵਾਰਿਕ ਜ਼ਿੰਮੇਵਾਰੀ ਹੈ, ਜਿਹੜਾ ਪਰਿਵਾਰ ਦਾ ਮੁਖੀਆ ਹੁੰਦਾ ਹੈ। ਵੱਡੇ ਭਰਾਵਾਂ ਦੀ, ਵੱਡੀਆਂ ਭੈਣਾਂ ਦੀ ਛੋਟੇ ਭੈਣ ਭਰਾਵਾਂ ਨੂੰ ਸੰਸਕਾਰ ਦੇਣ ਦੀ ਜ਼ਿੰਮੇਵਾਰੀ ਹੈ। ਮਾਤਾ ਪਿਤਾ ਦੀ ਬੱਚਿਆਂ ਨੂੰ ਸੰਸਕਾਰ ਦੇਣ ਦੀ ਜ਼ਿੰਮੇਵਾਰੀ ਹੈ। ਉਹ ਜਿਹੜੀ ਜ਼ਿੰਮੇਵਾਰੀ ਹੈ ਵੱਖ-ਵੱਖ ਖੇਤਰ ਵਿੱਚ ਹੁੰਦੀ ਹੈ। ਅਗਰ ਕੋਈ ਮਨੁੱਖ ਜਦੋਂ ਉਹ ਜ਼ਿੰਮੇਵਾਰੀ ਨਿਭਾਉਂਦਾ ਤੇ ਉਹਦੀ ਜ਼ਿੰਮੇਵਾਰੀ ਦੇ ਵਾਸਤੇ ਉਹਦੇ ਕੋਲੇ ਕੋਈ ਪਾਵਰ ਹੁੰਦੀ ਹੈ, ਗਿਆਨ ਹੁੰਦਾ ਹੈ, ਉਹਦੇ ਕੋਲ ਪੈਸਾ ਹੁੰਦਾ ਹੈ, ਉਹਦੇ ਕੋਲ ਪਦਵੀ ਹੁੰਦੀ ਹੈ, ਪ੍ਰਾਪਰਟੀ ਹੁੰਦੀ ਹੈ।
ਜਿਸ ਕਰਕੇ ਉਹ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਹੁਣ ਅਗਰ ਉਹ ਗਰੀਬਾਂ ਦੇ ਉੱਪਰ ਧੱਕਾ ਕਰਦਾ ਹੈ, ਹੰਕਾਰ ਵਿੱਚ, ਕ੍ਰੋਧ ਵਿੱਚ, ਨਫ਼ਰਤ ਵਿੱਚ ਧੱਕਾ ਕਰ ਰਿਹਾ ਹੈ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ, ਤਾਂ ਉਹਦੀ ਜਿਹੜੀ ਅੰਦਰਲੀ ਜ਼ਿੰਮੇਵਾਰੀ ਹੈ ਨਾ, ਵਾਹਿਗੁਰੂ ਜੀ ਨੇ ਇੱਕ ਨਿਯਮ ਬਣਾਇਆ ਹੈ, ਉਹ ਅੰਦਰਲੀ ਜ਼ਿੰਮੇਵਾਰੀ ਨਫ਼ਰਤ, ਕ੍ਰੋਧ, ਹੰਕਾਰ ਦੀ ਆਦਤ ਵਿੱਚ ਸੜ ਚੁੱਕੀ ਹੁੰਦੀ ਹੈ। ਆਖੋ ਵਾਹਿਗੁਰੂ। ਉਹਦੇ ਅੰਦਰ ਅੱਗ ਭਰ ਗਈ ਹੁੰਦੀ ਹੈ। ਪੂਰਾ ਨਿਆਂ ਕਰੇ ਕਰਤਾਰ। ਫਿਰ ਵਾਹਿਗੁਰੂ ਜੀ ਦਾ ਨਿਯਮ ਜੋ ਹੈ ਨਾ, ਉਹ ਨਿਆਂ ਕਰਦਾ ਹੈ, ਤੇ ਵਾਹਿਗੁਰੂ ਜੀ ਦੇ ਨਿਆਂ ਕਰਨ ਵਿੱਚ ਕੋਈ ਘਾਟ ਨਹੀਂ ਹੁੰਦੀ। ਉਹ ਨਿਆਂ ਕੀ ਹੈ? ਆਪਣੇ ਦਾਸ ਕੋ ਰਾਖਣ ਹਾਰ ਰਹਾਓ, ਸੈਂਟਰਲ ਆਈਡੀਆ। ਹੁਣ ਜਿਹਨੇ ਉਹਨੂੰ ਗਰੀਬ ਮੰਨ ਕੇ, ਜਾਨੀ ਆਪਣੇ ਤੋਂ ਛੋਟਾ ਮੰਨ ਕੇ ਉਹਦੇ ਨਾਲ ਧੱਕਾ ਕੀਤਾ ਹੁੰਦਾ ਹੈ, ਤੇ ਜੇ ਉਹ ਰੱਬ ਦਾ ਦਾਸ ਹੁੰਦਾ ਹੈ, ਰੱਬ ਦਾ ਸੇਵਕ ਹੁੰਦਾ ਹੈ ਨਾ, ਫਿਰ ਵਾਹਿਗੁਰੂ ਜੀ ਉਹਦੀ ਰੱਖਿਆ ਕਰਦੇ ਨੇ। ਕਿਸ ਤਰੀਕੇ ਨਾਲ ਕਰਦੇ ਨੇ, ਕੋਈ ਵਿਆਖਿਆ ਨਹੀਂ ਹੈ ਵਾਹਿਗੁਰੂ ਜੀ ਦੇ ਕੋਲ, ਕਿਉਂਕਿ ਵਿਧਾਤਾ ਹੈ, ਉਹ ਵਿਧੀਆਂ ਜਿਵੇਂ ਮਰਜ਼ੀ ਵਰਤਾ ਸਕਦੇ ਨੇ। ਉਹ ਆਪਣੇ ਦਾਸ ਦੀ ਹਮੇਸ਼ਾ ਰੱਖਿਆ ਕਰਦੇ ਨੇ। ਧੱਕਾ ਕਰਨ ਵਾਲੇ ਧੱਕਾ ਕਰਦੇ ਨੇ, ਨਫ਼ਰਤ ਕਰਨ ਵਾਲੇ ਨਫ਼ਰਤ ਕਰਦੇ ਨੇ, ਹੰਕਾਰ ਕ੍ਰੋਧ ਕਰਨ ਵਾਲੇ ਹੰਕਾਰ ਕ੍ਰੋਧ ਕਰਦੇ ਨੇ। ਜਦੋਂ ਕਿਸੇ ਸੇਵਕ ਦੇ ਨਾਲ ਕੋਈ ਨਫ਼ਰਤ ਵਿੱਚ, ਕ੍ਰੋਧ ਵਿੱਚ, ਹੰਕਾਰ ਵਿੱਚ ਕਿਸੇ ਵੀ ਕਿਸਮ ਦਾ ਧੱਕਾ ਕਰਦਾ ਹੈ, ਰੁਕਾਵਟ ਖੜੀ ਕਰਦਾ ਹੈ, ਤੇ ਰੱਬ ਕਿਸੇ ਵੀ ਤਰੀਕੇ ਦੇ ਨਾਲ ਉਹਦੀ ਰੱਖਿਆ ਕਰਕੇ ਉਹਨੂੰ ਮਿਸ਼ਨ ਤੇ ਤੋਰਦਾ ਹੈ। ਆਪਣੇ ਦਾਸ ਕੋ ਰਾਖਣਾ ਰਹਾਉ ਪਦਾ ਹੈ, ਕਿਉਂਕਿ ਆਦ ਜੁਗਾਦ ਪ੍ਰਗਟ ਪ੍ਰਤਾਪ, ਜੁਗਾਂ ਜੁਗਾਂਤਰਾਂ ਤੋਂ, ਮੁੱਢ ਤੋਂ ਰੱਬ ਦਾ ਜਿਹੜਾ ਪ੍ਰਤਾਪ ਹੈ, ਰੱਬ ਦੀਆਂ ਸ਼ਕਤੀਆਂ ਦਾ ਜਿਹੜਾ ਪ੍ਰਭਾਵ ਹੈ, ਉਹ ਪ੍ਰਗਟ ਹੈ। ਬਹੁਤ ਸਮੇਂ ਸਮੇਂ ਤੇ ਪ੍ਰਗਟ ਹੁੰਦਾ ਹੈ। ਊੜ ਨਖੁੱਟੈ ਨਾਨਕਾ ਊੜਕ ਸੱਚ ਰਹੀ, ਤੇ ਦੂਜੇ ਪਾਸੇ ਨਿੰਦਕ ਮੂਆ ਉਪਜ ਵੱਡ ਤਾਪ। ਤੇ ਉਹ ਜਿਹੜਾ ਨਿੰਦਕ ਹੁੰਦਾ ਹੈ ਨਾ, ਧੱਕਾ ਕਰਨ ਵਾਲਾ, ਉਹਦੇ ਅੰਦਰ ਤਾਪ ਚਿੰਬੜਿਆ ਹੁੰਦਾ। ਤਾਪ ਕਿਹੜਾ ਹੈ? ਆਦ ਵਿਆਦ ਉਪਾਦ। ਆਦ ਹੁੰਦਾ ਇਹ ਇਦਾਂ ਕਿਉਂ ਹੈ, ਵਿਆਦ ਹੁੰਦਾ ਮੈਂ ਇਹਨੂੰ ਸਬਕ ਸਿਖਾਵਾਂਗਾ, ਉਪਾਦ ਝਗੜਾ ਕਰਦਾ ਹੈ, ਉਹ ਹਰ ਤਰ੍ਹਾਂ ਦੇ ਨਾਲ ਹਮਲਾ ਕਰਦਾ ਹੈ। ਉਹ ਤਾਂ ਖੁਦ ਅੰਦਰਲੇ ਤਾਪ ਵਿੱਚ ਆਤਮਿਕ ਮੌਤੇ ਮਰਿਆ ਹੁੰਦਾ ਹੈ, ਰੱਬ ਕਦੀ ਉਹਦਾ ਸਾਥ ਨਹੀਂ ਦਿੰਦਾ। ਆਖੋ ਵਾਹਿਗੁਰੂ। ਤੈਨ ਮਾਰਿਆ ਜੇ ਰੱਖੈ ਨਾ ਕੋਏ, ਤੈਨ ਮਾਰਿਆ, ਰੱਬ ਦੇ ਨਿਯਮ ਨੇ, ਜਿਸ ਨੂੰ ਅੰਦਰੋਂ ਆਤਮਿਕ ਮੌਤੇ ਮਾਰ ਦਿੱਤਾ ਨਾ, ਉਹਦੀ ਰੱਖਿਆ ਕੋਈ ਨਹੀਂ ਕਰ ਸਕਦਾ। ਆਗੈ ਪਾਛੈ ਮੰਦੀ ਸੋਏ, ਆਗੈ ਪਾਛੈ, ਇੱਥੇ ਉੱਥੇ ਹਰ ਥਾਂ ਤੇ ਉਹਦੀ ਮੰਦੀ ਸੋਚ ਹੈ, ਤੇ ਮੰਦੇ ਕਰਮ ਨੇ, ਤੇ ਉਹਦਾ ਮੰਦਾ ਹੀ ਪ੍ਰਭਾਵ ਬਣੇਗਾ। ਉਹ ਆਪਣੇ ਆਪ ਨੂੰ ਕਲੰਕ ਲਾ ਲੈਂਦਾ। ਆਖੋ ਵਾਹਿਗੁਰੂ। ਆਪਣੇ ਦਾਸ ਰਾਖੈ ਕੰਠ ਲਾਏ, ਆਪਣੇ ਜਿਹੜੇ ਦਾਸ ਨੇ ਵਾਹਿਗੁਰੂ ਜੀ ਦੇ, ਉਹਨਾਂ ਨੂੰ ਵਾਹਿਗੁਰੂ ਜੀ ਗਲੇ ਨਾਲ ਲਾ ਲੈਂਦੇ ਨੇ, ਪ੍ਰੀਤ ਦਿੰਦੇ ਨੇ, ਆਪਣੀ ਬਖਸ਼ਿਸ਼ ਦਿੰਦੇ ਨੇ। ਸ਼ਰਨ ਨਾਨਕ ਹਰ ਨਾਮ ਧਿਆਏ। ਇਸ ਲਈ ਇਹ ਨਾਨਕ ਜੀ ਕਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸਿਖਾ ਰਹੇ ਨੇ, ਇਸ ਲਈ ਭਾਈ ਵਾਹਿਗੁਰੂ ਜੀ ਦੀ ਸ਼ਰਨ ਪੈਣਾ, ਉਹਦੇ ਸੱਚੇ ਗਿਆਨ ਨੂੰ, ਸੱਚੇ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਮੰਨਣਾ ਹੈ, ਤੇ ਧਿਆਨ ਰੱਖਣਾ ਹੈ ਗੁਰੂ ਦਾ ਉਪਦੇਸ਼ ਕੀ ਹੈ, ਰੱਬੀ ਉਪਦੇਸ਼ ਕੀ ਹੈ, ਉਸ ਗਿਆਨ ਰੂਪੀ ਨਾਮ ਨੂੰ ਧਿਆਨ ਵਿੱਚ ਰੱਖ ਕੇ ਜਿਉਣਾ ਹੈ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਅਗਲਾ ਸ਼ਬਦ ਫਿਰ ਇਸੇ ਕਨਸੈਪਟ ਨੂੰ ਸਾਹਮਣੇ ਰੱਖ ਰਿਹਾ ਹੈ। ਮਹਿਜ਼ਰ ਝੂਠਾ ਕੀ ਤੋਨ ਆਪ। ਮਹਿਜ਼ਰ ਪੁਰਾਤਨ ਸਮਿਆਂ ਦੇ ਵਿੱਚ ਵੀ, ਅੱਜ ਦੇ ਸਮੇਂ ਵਿੱਚ ਵੀ, ਜਦੋਂ ਕਿਸੇ ਬਾਰੇ ਕੋਈ ਕੰਪਲੇਂਟ ਕੀਤੀ ਜਾਂਦੀ ਹੈ ਤੇ ਉਹ 'ਤੇ ਬਹੁਤ ਸਾਰੇ ਦਸਤਖਤ ਕਰਾਏ ਜਾਂਦੇ ਨੇ, ਉਹ ਜਿਹੜੀ ਕੰਪਲੇਂਟ ਹੁੰਦੀ ਹੈ, ਸਮੂਹਿਕ ਸਾਈਨ ਕਰਵਾ ਕੇ ਜਿਹੜੀ ਕੰਪਲੇਂਟ ਹੁੰਦੀ ਹੈ, ਉਹਨੂੰ ਮਹਿਜ਼ਰਨਾਮਾ ਕਹਿੰਦੇ ਨੇ। ਇਹ ਲਿਖਤੀ ਵੀ ਹੁੰਦੀ ਹੈ, ਜ਼ਬਾਨੀ ਵੀ ਹੁੰਦੀ ਹੈ। ਜ਼ਬਾਨੀ ਕਿਵੇਂ ਹੁੰਦੀ ਹੈ? ਕਿ ਕਿਸੇ ਦੇ ਬਾਰੇ ਇੱਕ ਸਟੋਰੀ ਘੜ ਲੈਣੀ, ਉਹਦੇ ਬਾਰੇ ਇੱਕ ਝੂਠਾ ਇਲਜ਼ਾਮ ਘੜ ਲੈਣਾ, ਆਪਣੀ ਸੋਚ ਸੁਭਾਅ ਨਾਲ ਮੇਲ ਖਾਣ ਵਾਲਿਆਂ ਨੂੰ ਆਪਣੇ ਨਾਲ ਰਲਾਉਣਾ। ਉਹਦੇ 'ਚ ਕੌਣ ਕੌਣ ਰਲਣਗੇ? ਜਿਹੜੇ ਉਹਦੇ ਪ੍ਰਤੀ ਕਨਫਿਊਜ਼ਡ ਹੋਣਗੇ, ਜਿਨ੍ਹਾਂ ਦੇ ਅੰਦਰ ਮਿਸਅੰਡਰਸਟੈਂਡਿੰਗ ਹੈ, ਉਹ ਉਹਨਾਂ ਨਾਲ ਖੜ ਜਾਣਗੇ। ਜਿਹੜੇ ਉਹਦੇ ਤੋਂ ਜੈਲਸ ਹੋਣਗੇ, ਉਹ ਖੜ ਜਾਣਗੇ।
ਜਿਹੜੇ ਨਫ਼ਰਤ ਕਰਨਗੇ ਉਹ ਖੜਨਗੇ। ਫਿਰ ਉਹ ਸਮੂਹਿਕ ਤੌਰ 'ਤੇ ਆਪਣੀ ਇੱਕ ਸ਼ਿਕਾਇਤ ਬਣਾ ਕੇ ਉਸ ਬੰਦੇ ਨੂੰ ਝੂਠਾ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਾਪੀ ਕੋ ਲਾਗਾ ਸੰਤਾਪ, ਕਿਉਂਕਿ ਉਹ ਅੰਦਰੋਂ ਝੂਠੇ ਹੁੰਦੇ ਨੇ, ਉਹ ਪਾਪ ਕਰਦੇ ਨੇ, ਅੰਦਰੋਂ ਉਹਨਾਂ ਨੂੰ ਇਹ ਸੰਤਾਪ ਲੱਗਿਆ ਹੁੰਦਾ, ਬਦਲਾ ਲੂ ਭਾਵਨਾ, ਅੰਦਰੋਂ ਪੱਧਰ ਖੜਾ ਕਰਨਾ। ਪਰ ਜਿਸ ਹੈ ਸਹਾਈ ਗੋਬਿੰਦ ਮੇਰਾ, ਜਿਸ ਦੀ ਮਦਦ ਕਰਦੇ ਨੇ ਮੇਰੇ ਗੋਬਿੰਦ ਵਾਹਿਗੁਰੂ ਸੱਚੇ ਪਾਤਸ਼ਾਹ, ਜਿਹਦੇ ਸਹਾਈ ਹੁੰਦੇ ਨੇ, ਤਿਸ ਕੋ ਜਮ ਨਹੀਂ ਆਵੈ ਨੇਰਾ, ਉਹਨੂੰ ਵਿਕਾਰਾਂ ਤੋਂ ਬਚਾ ਲੈਂਦੇ ਨੇ, ਉਹਨੂੰ ਨਫ਼ਰਤ ਤੋਂ ਬਚਾ ਲੈਂਦੇ ਨੇ ਵਾਹਿਗੁਰੂ ਜੀ। ਆਪਣੇ ਸੇਵਕ ਨੂੰ ਬਦਲਾ ਲਊ ਭਾਵਨਾ ਤੋਂ ਬਚਾ ਲੈਂਦੇ ਨੇ, ਹੰਕਾਰ ਤੋਂ ਬਚਾ ਲੈਂਦੇ ਨੇ, ਉਹਨੂੰ ਆਪਣੇ ਮਿਸ਼ਨ ਤੇ ਤੋਰ ਕੇ ਰੱਖਦੇ ਨੇ। ਰਹਾਉ ਪਦਾ ਹੈ, ਸੈਂਟਰਲ ਆਈਡੀਆ ਹੈ, ਸਾਚੀ ਦਰਗਾਹ ਬੋਲੇ ਕੂੜ। ਤੇ ਉਹ ਫਿਰ ਜਿਹੜੇ ਮਹਿਜ਼ਰ ਝੂਠਾ ਮਹਿਜ਼ਰ ਐਵੇਂ ਝੂਠੀਆਂ ਸ਼ਿਕਾਇਤਨਾਮਾ ਜਿਹੜੇ ਬਣਾਉਂਦੇ ਨੇ ਨਾ, ਝੂਠੀਆਂ ਜਿਹੜੀਆਂ ਸਟੋਰੀਆਂ ਬਣਾ ਲੈਂਦੇ ਨੇ, ਉਹ ਦੁਨੀਆ ਤੇ ਸਫਲ ਹੁੰਦੇ ਦਿਖਾਈ ਦਿੰਦੇ ਨੇ। ਕੁਝ ਕੁ ਲੋਕਾਂ ਨੂੰ ਤੇ ਆਪਣੇ ਨਾਲ ਜੋੜ ਲੈਂਦੇ ਨੇ, ਪਰ ਸੱਚ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਬੋਲਿਆ ਕੂੜ ਚੱਲਦਾ ਨਹੀਂ। ਆਖੋ ਵਾਹਿਗੁਰੂ, ਸਾਚੀ ਦਰਗਾਹ ਬੋਲਿਆ ਕੂੜ, ਕਿਉਂਕਿ ਉਹਨਾਂ ਰੱਬ ਨੂੰ ਭੁਲਾ ਦਿੱਤਾ, ਉਹਨਾਂ ਰੱਬ ਦੇ ਨਿਜ਼ਮ ਨੂੰ ਅੱਖੋਂ ਪਰੋਖੇ ਕਰ ਦਿੱਤਾ। ਸਿਰ ਹੱਥ ਪਛੋੜੈ ਅੰਧਾ ਮੂੜ, ਇਹ ਇੱਕ ਕਹਾਵਤ ਹੈ ਕਿ ਜਦੋਂ ਬੰਦਾ ਬਹੁਤ ਪਛਤਾਵੇ ਵਿੱਚ ਹੁੰਦਾ ਹੈ, ਉਹ ਆਪਣੇ ਸਿਰ ਨੂੰ ਘੁੱਟਦਾ ਹੈ ਕਿ ਮੈਂ ਕੀ ਕਰ ਬੈਠਾ। ਜਿਹੜਾ ਅੰਦਰੋਂ ਜਿਹਦੇ ਸੋਝੀ ਨਹੀਂ, ਨਾ ਸਮਝੀ ਕਰਕੇ ਅੰਦਰੋਂ ਮਨ ਅੰਧਾ ਹੋ ਗਿਆ, ਜਿਹਦਾ ਮਨ ਮੂਰਖ ਹੋ ਗਿਆ, ਉਹਦੇ ਫਿਰ ਸਾਰੀ ਜ਼ਿੰਦਗੀ ਉਹ ਪਛਤਾਵਾ ਪੱਲੇ ਪੈਂਦਾ ਹੈ, ਜਿਹੜੇ ਪਛਤਾਵੇ ਵਿੱਚ ਉਹ ਅੰਦਰੋਂ ਸੁਖੀ ਨਹੀਂ ਹੋ ਸਕਦਾ। ਆਖੋ ਵਾਹਿਗੁਰੂ। ਰੋਗ ਵਿਆਪੇ ਕਰਦੇ ਪਾਪ, ਉਹ ਕਿਉਂ ਕਰਦੇ ਨੇ ਇੱਦਾਂ? ਕਿਉਂਕਿ ਉਹਨਾਂ ਦਾ ਸੁਭਾਅ ਰੋਗੀ ਹੈ, ਉਹਨਾਂ ਦੀ ਸੋਚ ਰੋਗੀ ਹੈ, ਉਹ ਪਾਪ ਕਰਦੇ ਨੇ, ਉਹ ਪਰਉਪਕਾਰ ਨਹੀਂ ਕਰ ਸਕਦੇ, ਉਹ ਰੱਬ ਦੇ ਮਾਰਗ ਤੇ ਖਰੇ ਨਹੀਂ ਉਤਰ ਸਕਦੇ, ਗੁਰੂ ਦੇ ਮਾਰਗ ਤੇ ਖਰੇ ਨਹੀਂ ਉਤਰ ਸਕਦੇ। ਅਦਲੀ ਹੋਏ ਬੈਠਾ ਪ੍ਰਭ ਆਪ, ਅਦਲੀ ਨਿਆਂ ਕਰਨ ਵਾਲਾ, ਜਸਟਿਸ ਮੈਜਿਸਟ੍ਰੇਟ, ਤੇ ਸਭ ਤੋਂ ਵੱਡੇ ਮੈਜਿਸਟ੍ਰੇਟ, ਸਭ ਤੋਂ ਵੱਡੀ ਜੁਡੀਸ਼ੀਅਰੀ, ਸਭ ਤੋਂ ਵੱਡੀ ਅਦਾਲਤ ਵਾਹਿਗੁਰੂ ਜੀ ਨੇ, ਉਹਨਾਂ ਨੇ ਨਿਆਂ ਕਰਨਾ ਹੈ। ਆਪਨ ਕਮਾਇਆ ਆਪੇ ਬੰਦ ਹੈ। ਫਿਰ ਰੱਬ ਦਾ ਨਿਆਂ ਕੀ ਹੈ? ਉਹਨਾਂ ਆਪ ਹੀ ਅੰਦਰ ਬੁਰੀ ਸੋਚ, ਬੁਰੇ ਸੁਭਾਅ ਦੀ ਕਮਾਈ ਕੀਤੀ ਹੈ, ਆਪ ਹੀ ਉਸ ਆਦਤ ਵਿੱਚ ਬੰਦੇ ਗਏ ਨੇ। ਦਰਬ ਗਿਆ ਸਭ ਜੀਅ ਕੈ ਸਾਥ ਹੈ, ਉਹ ਜਿਹੜਾ ਉਹਨਾਂ ਦੇ ਅੰਦਰ ਇੱਕ ਦਰਬ, ਉਹਨਾਂ ਨੇ ਆਦਤਾਂ ਦੀ ਜਿਹੜੀ ਵਿਚਾਰਾਂ ਦੀ ਕਮਾਈ ਕੀਤੀ ਹੈ ਨਾ, ਉਹ ਜੀਵ ਦੇ ਸੰਗ ਕਦੀ ਨਹੀਂ ਜਾਂਦੀ। ਆਖੋ ਵਾਹਿਗੁਰੂ। ਕਿਸੇ ਨੂੰ ਝੂਠਾ ਸਿੱਧ ਕਰਨਾ, ਕਿਸੇ ਨਾਲ ਧੱਕਾ ਕਰਨਾ, ਉਹ ਧੱਕਾ ਕਰਨ ਵਾਸਤੇ ਬਹੁਤ ਸਾਰੇ ਸਾਥੀ ਜੋੜ ਲੈਣੇ, ਉਹਨਾਂ ਨੂੰ ਝੂਠੀ ਸਟੋਰੀ ਬਣਾ ਕੇ ਉਹਨਾਂ ਨੂੰ ਕਨਵਿੰਸ ਕਰਾ ਲੈਣਾ। ਇਹ ਜਿਹੜੀ ਉਹਨੇ ਆਪਣੇ ਅੰਦਰ ਕਮਾਈ ਕੀਤੀ ਹੈ ਨਾ, ਤੇ ਜਦੋਂ ਆਪਣੇ ਘਰ 'ਚ ਭੁਗਤਦਾ ਨਾ, ਕੋਈ ਕੰਮ ਨਹੀਂ ਆਉਂਦੀ। ਆਖੋ ਵਾਹਿਗੁਰੂ। ਉਹਦੇ ਇੱਕ ਵੀ ਸਾਥੀ ਨਿਭਦਾ ਨਹੀਂ ਹੁੰਦਾ, ਇਕੱਲੇ ਨੂੰ ਭੁਗਤਣੀ ਪੈਂਦੀ। ਆਖੋ ਵਾਹਿਗੁਰੂ। ਨਾਨਕ ਸ਼ਰਨ ਪਰੇ ਦਰਬਾਰ, ਇਹ ਨਾਨਕ ਜੀ ਜਿਹੜੇ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਜਾਂਦੇ ਨੇ, ਨਿਜ਼ਮ ਨੂੰ ਸਮਰਪਿਤ ਹੋ ਜਾਂਦੇ ਨੇ, ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੋ ਜਾਂਦੇ ਨੇ, ਉਹ ਜਿਹੜੀ ਕਮਾਈ ਹੈ ਇਹ ਨਾਲ ਨਿਭਦੀ ਹੈ। ਆਖੋ ਵਾਹਿਗੁਰੂ। ਸਮਰਪਿਤ ਹੋਣਾ, ਪਰਉਪਕਾਰੀ ਜੀਵਨ। ਰਾਖੀ ਪੈਜ ਮੇਰਾ ਕਰਤਾਰ, ਫਿਰ ਮੇਰੇ ਕਰਤਾਰ ਵਾਹਿਗੁਰੂ ਜੀ ਉਹਨਾਂ ਦੀ ਲਾਜ ਰੱਖਦੇ ਨੇ, ਸਦਾ ਰੱਖਦੇ ਨੇ, ਰੱਖਦੇ ਆਏ ਨੇ। ਭਗਤਾਂ ਦੀ ਧੁਰ ਤੂੰ ਰੱਖਦਾ ਆਇਆ ਸਦਾ ਤੋਂ, ਇਹ ਨਿਜ਼ਮ ਹੈ ਰੱਬ ਦਾ। ਗੌੜੀ ਮਹੱਲਾ ਪੰਜਵਾਂ, ਅਗਲਾ ਗੌੜੀ ਰਾਗ ਦਾ 169ਵਾਂ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ 100 ਨੰਬਰ ਸ਼ਬਦ ਹੈ। ਜਨ ਕੀ ਤੁਹਰ ਮਨ ਮੀਠ ਖਟਾਨੀ, ਫਿਰ ਜਿਹੜੇ ਗੁਰੂ ਦੇ ਸੇਵਕ ਨੇ ਨਾ, ਉਹਨਾਂ ਦੇ ਜਿਹੜੇ ਚੰਗੇ ਕਰਮ, ਚੰਗੇ ਵਿਚਾਰ, ਚੰਗੀ ਸੋਚ, ਉਹਦਾ ਪ੍ਰਭਾਵ ਸਾਡੇ ਤੇ ਪੈ ਜਾਵੇ, ਉਹਨੂੰ ਧੂੜੀ ਕਹਿੰਦੇ ਨੇ। ਠੀਕ ਹੈ, ਹਰ ਬੰਦਾ ਭੁੱਲਣਹਾਰ ਹੈ, ਭੁੱਲਾਂ ਹਰ ਇੱਕ ਤੋਂ ਹੁੰਦੀਆਂ ਨੇ, ਪਰਉਪਕਾਰੀ ਵੀ ਤੋਂ ਵੀ ਭੁੱਲਾਂ ਹੁੰਦੀਆਂ ਨੇ, ਪਰ ਪਰਉਪਕਾਰੀ ਦੇ ਜਜ਼ਬੇ ਨੂੰ ਅਸੀਂ ਆਪਣੇ ਅੰਦਰ ਲਿਆ ਸਕਦੇ ਹਾਂ ਨਾ, ਉਹਦੀ ਲਗਨ ਨੂੰ ਤਾਂ ਆਪਣੇ ਅੰਦਰ ਲਿਆ ਸਕਦੇ ਹਾਂ। ਧੂੜੀ
ਜਿਨ੍ਹਾਂ ਨੂੰ ਚੰਗੀ ਲੱਗੀ, ਭਾਵ ਉਹਦੇ ਚੰਗੇ ਕੰਮਾਂ ਨੂੰ, ਚੰਗੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ 'ਤੇ ਲਾਗੂ ਕਰਨਾ। ਜਿਨ੍ਹਾਂ ਨੂੰ ਚੰਗਾ ਲੱਗਿਆ ਨਾ, ਪੂਰਵ ਕਰਮ ਲਿਖਿਆ ਤੁਰ ਪ੍ਰਾਣੀ ਰਹਾਉ, ਐਵੇਂ ਨਹੀਂ ਹੋਇਆ। ਉਹਦੇ ਘਰ ਵਿੱਚੋਂ, ਉਹਦੇ ਸਮਾਜ ਵਿੱਚੋਂ ਪੈਦਾ ਉਹਦੀ ਸੋਚ ਵਿਚਾਰਧਾਰਾ ਵਿੱਚ ਇਸ ਤਰ੍ਹਾਂ ਦੀ ਭਾਵਨਾ ਬਣੀ ਹੈ ਕਿ ਪਰਉਪਕਾਰੀ ਚੰਗੇ ਹੁੰਦੇ ਨੇ। ਆਖੋ ਵਾਹਿਗੁਰੂ। ਉਹਨਾਂ ਨੂੰ ਪਰਉਪਕਾਰ ਦੀ ਵੈਲਿਊ ਉਹਨਾਂ ਦੇ ਅੰਦਰ ਲਿਖੀ ਹੁੰਦੀ ਹੈ, ਤਾਂ ਉਹ ਪਰਉਪਕਾਰੀਆਂ ਦੇ ਚੰਗੇ ਜਜ਼ਬੇ ਨੂੰ, ਚੰਗੇ ਕਰਮ ਨੂੰ ਆਪਣੇ 'ਤੇ ਲਾਗੂ ਕਰਨ ਵਾਸਤੇ ਲੋਚਦੇ ਨੇ। ਆਖੋ ਵਾਹਿਗੁਰੂ। ਜਿਹਦੇ ਅੰਦਰ ਵਿਚਾਰਧਾਰਾ ਵਿੱਚ, ਸੋਚ ਵਿੱਚ ਨਹੀਂ ਲਿਖਿਆ ਗਿਆ, ਉਹ ਵਾਂਝੇ ਰਹਿ ਜਾਂਦੇ ਨੇ। ਅਹਮ ਬੁੱਧ, ਮਨ ਪੂਰ ਥਿੰਦਹਾਈ, ਉਹਨਾਂ ਦੇ ਅੰਦਰ ਹੰਕਾਰ ਹੁੰਦਾ ਬੁੱਧੀ ਦਾ। ਬੁੱਧੀ ਦਾ ਹੰਕਾਰ ਹੈ, ਉਹਨਾਂ ਨੂੰ ਆਪਣਾ ਸੁਭਾਅ ਪਰਫੈਕਟ ਲੱਗਦਾ ਹੈ, ਆਪਣੀ ਸੋਚ ਪਰਫੈਕਟ ਲੱਗਦੀ ਹੈ। ਇਹ ਜਿਹੜਾ ਬੁੱਧੀ ਦਾ ਹੰਕਾਰ ਹੈ ਨਾ, ਜਦੋਂ ਸਿਖਰ 'ਤੇ ਪਹੁੰਚਦਾ ਨਾ, ਫਿਰ ਉਹ ਕੇਵਲ ਨੁਕਸ ਦੇਖਦਾ ਹੈ, ਕੇਵਲ ਕਮਜ਼ੋਰੀਆਂ ਦੇਖਦਾ ਹੈ। ਇਹ ਬਿਮਾਰੀ ਐਸੀ ਅੰਦਰ ਆਦਤ ਬਣ ਜਾਂਦੀ ਹੈ, ਥਿੰਦਾਈ, ਥਿੰਦਾ ਹੋ ਜਾਂਦਾ ਮਨ। ਥਿੰਦੀ ਚੀਜ਼ ਹੋਵੇ ਨਾ, ਉਹਦੇ 'ਤੇ ਪਾਣੀ ਦਾ ਅਸਰ ਨਹੀਂ ਪੈਂਦਾ। ਉਹ ਐਸੀ ਥਿੰਦਾਈ ਚੜ੍ਹ ਜਾਂਦੀ ਹੈ, ਘਰ ਦੇ ਮੈਂਬਰਾਂ 'ਚੋਂ ਫਿਰ ਕਮਜ਼ੋਰੀਆਂ ਹੀ ਕਮਜ਼ੋਰੀਆਂ ਦੇਖਦਾ ਹੈ, ਫਿਰ ਕਲੇਸ਼ ਅੰਦਰੋਂ ਖਿਜਿਆ ਰਹਿੰਦਾ। ਆਖੋ ਵਾਹਿਗੁਰੂ। ਇਹਦਾ ਇੱਕ ਇਲਾਜ ਹੈ, ਸਾਧੂ ਧੂਰ ਕਰ ਸ਼ੁੱਧ ਮੰਜਾਈ। ਗੁਰੂ ਦੇ ਉਪਦੇਸ਼, ਉਪਦੇਸ਼ ਦਾ ਜੋ ਪ੍ਰਭਾਵ ਹੈ, ਉਹ ਗੁਰੂ ਦੇ ਚਰਨ ਕਮਲਾਂ ਦੀ ਧੂੜੀ ਹੈ। ਇਹਦੇ ਨਾਲ ਚੰਗੀ ਤਰ੍ਹਾਂ ਮਾਂਜਿਆ ਜਾ ਸਕਦਾ ਹੈ, ਥਿੰਦਾਈ ਲੈ ਸਕਦੀ ਹੈ। ਕਿਵੇਂ? ਜੇ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਸੁਭਾਅ ਤੇ ਸੋਚ ਦੀ ਪੜਚੋਲ ਕਰਨ ਲੱਗ ਜਾਵੇ, ਪੜਚੋਲੇ, ਤਾਂ ਇਹ ਸ਼ੁੱਧ ਮੰਜਾਈ ਚੰਗੀ ਤਰ੍ਹਾਂ ਮਾਂਜਣ ਲੱਗ ਪਿਆ। ਅਨਕ ਜਲਾ ਜੇ ਧੋਵੈ ਦੇਹੀ। ਗੁਰੂ ਦੇ ਉਪਦੇਸ਼ ਮੰਨਣ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਪਰਖਣ ਤੋਂ ਬਿਨਾਂ, ਬਾਕੀ ਪਾਣੀ ਨਾਲ ਜਿੰਨਾ ਮਰਜ਼ੀ ਇਸ਼ਨਾਨ ਕਰਦਾ ਰਹੇ, ਜਿੱਥੇ ਮਰਜ਼ੀ ਇਸ਼ਨਾਨ ਕਰ ਲਵੇ, ਮੈਲ ਨਾ ਉਤਰੈ ਸ਼ੁੱਧ ਨਾ ਤੇਈ। ਇਹਦੇ ਸੁਭਾਅ ਤੇ ਸੋਚ ਦੀ ਮੈਲ ਨਹੀਂ ਉਤਰ ਸਕਦੀ, ਅੰਦਰੋਂ ਸ਼ੁੱਧ ਨਹੀਂ ਹੋ ਸਕਦਾ। ਸਤਿਗੁਰ ਭੇਟਿਓ ਸਦਾ ਕਿਰਪਾਲ। ਜਿਨ੍ਹਾਂ ਨੂੰ ਮੇਰੇ ਸਤਿਗੁਰੂ ਜੀ ਬੜੇ ਕਿਰਪਾਲੂ ਨੇ, ਕਿਉਂਕਿ ਸਤਿਗੁਰ ਸਰੂਪ ਜੋ ਹੈ ਉਹ ਰੱਬ ਦਾ ਸਰੂਪ ਹੈ, ਸੱਚਾ ਗਿਆਨ ਹੈ। ਜਿਨ੍ਹਾਂ ਦਾ ਮਿਲਾਪ ਹੋ ਗਿਆ ਸੱਚੇ ਗਿਆਨ ਨਾਲ, ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਚੰਗੇ ਲੱਗਣ ਲੱਗ ਪਏ, ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਦੀ ਪੜਚੋਲ ਕੀਤੀ, ਸੋਚ ਸੁਭਾਅ ਨੂੰ ਸਿੰਗਾਰਨ ਸੰਵਾਰਨ ਤੁਰ ਪਏ। ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਉਹ ਫਿਰ ਰੱਬ ਦੀ ਯਾਦ ਵਿੱਚ ਜਿਉਂ ਕੇ, ਰੱਬ ਨੂੰ ਯਾਦ ਰੱਖ ਕੇ, ਰੱਬੀ ਗਿਆਨ ਨੂੰ ਯਾਦ ਰੱਖ ਕੇ, ਉਪਦੇਸ਼ ਨੂੰ ਯਾਦ ਰੱਖ ਕੇ ਆਪਣੇ ਅੰਦਰੋਂ ਭਉ ਵੀ ਦੂਰ ਕਰ ਲੈਂਦੇ ਨੇ, ਤੇ ਵਿਕਾਰਾਂ ਦੇ ਰਸ ਰੂਪੀ ਮਾਹੌਲ ਨੂੰ ਮੈਨੇਜ ਕਰ ਲੈਂਦੇ ਨੇ। ਉਹ ਤੋਂ ਬਚ ਜਾਂਦੇ ਨੇ ਇਸ ਕਾਲ ਤੋਂ, ਜਿਹੜੀ ਆਤਮਿਕ ਮੌਤ ਦਿੰਦੀ ਹੈ। ਉਹ ਸਮਾਂ ਜੋ ਗੁਣਾਂ ਨੂੰ ਮਾਰ ਦਿੰਦਾ ਹੈ, ਉਸ ਤੋਂ ਬਚ ਜਾਂਦੇ ਨੇ। ਮੁਕਤ ਭੁਗਤ ਜੁਗਤ ਹਰ ਨਾਉ। ਜੋ ਰੱਬ ਦਾ ਗਿਆਨ ਰੂਪੀ ਨਾਮ ਹੈ ਨਾ, ਇੱਕ ਤਾਂ ਇਹ ਉਪਦੇਸ਼ ਬਣ ਕੇ ਆਦਤਾਂ ਤੋਂ ਮੁਕਤ ਕਰਾਉਂਦਾ ਹੈ, ਦੂਸਰਾ ਇਹ ਰੂਹਾਨੀ ਖੁਰਾਕ ਹੈ ਭੁਗਤ, ਤੀਸਰਾ ਜੀਵਨ ਜਿਉਣ ਦੀ ਜੁਗਤੀ ਦਿੰਦਾ। ਆਖੋ ਵਾਹਿਗੁਰੂ। ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਉ। ਇਹ ਹੁੰਦਾ ਤਾਂ ਹੈ ਜੇ ਅੰਦਰ ਪ੍ਰੇਮਾ ਭਗਤੀ ਹੈ, ਗੁਰੂ ਨਾਲ ਗੂੜੀ ਪ੍ਰੀਤ। ਗੁਣਾਂ ਵਾਲਾ ਜੀਵਨ ਜਿਉਣਾ, ਗੁਣ ਗਾਉ। ਗੁਣਾਂ ਨਾਲ ਪਰਉਪਕਾਰ ਕਰਨਾ, ਗੁਣ ਗਾਉ। ਗੁਣਾਂ ਦੀਆਂ ਵਿਚਾਰਾਂ ਕਰਨੀਆਂ, ਗੁਣ ਗਾਉ। ਤੇ ਗੂੜੀ ਪ੍ਰੀਤ ਗੁਣ ਰੱਬ ਦੇ ਨੇ। ਗੁਣਾਂ ਵਾਲਾ ਜੀਵਨ ਜਿਉਂਦਿਆਂ ਵੀ ਸ਼ੁਕਰਾਨਾ ਵਾਹਿਗੁਰੂ ਜੀ ਦਾ, ਪਰਉਪਕਾਰ ਕਰਦਿਆਂ ਵੀ ਸ਼ੁਕਰਾਨਾ ਵਾਹਿਗੁਰੂ ਜੀ ਦਾ, ਗੁਣਾਂ ਦੀਆਂ ਵਿਚਾਰਾਂ ਕਰਦਿਆਂ ਸਿੱਖਣ ਦੀ ਤੇ ਵੰਡਣ ਦੀ ਭਾਵਨਾ। ਸਤਿਗੁਰੂ ਕਿਰਪਾ ਕਰਨ ਇਹ ਜੁਗਤ ਸਾਨੂੰ ਵੀ ਮਿਲ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।